ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੁੜ ਕੇ ਸਵਾਗਤ ਹੈ ਸਫ਼ਰਨਾਮਾ ਗੁਲਾਬੀ ਤਾਰਿਆਂ ਦੀ ਧਾਰਾ ਪ੍ਰਵਾਹ ਵਿਚਾਰ ਚਰਚਾ ਦੇ ਵਿੱਚ। ਵਿਚਾਰ ਨਾ ਹੋ ਕੇ ਕਿਤਾਬ ਦਾ ਹਾਲੇ ਫਿਲਹਾਲ ਉਲੇਖ ਹੀ ਹੈ ਅਤੇ ਟਿੱਪਣੀ ਮੇਰੀ ਅਖੀਰਲੇ ਮਸਲੇ ਵਿੱਚ ਹੋਏਗੀ। ਤੁਸੀਂ ਸੁਣ ਰਹੇ ਹੋ ਸਿਫਰ ਨਵੀਸ ਨੂੰ। ਪਿਛਲੇ 15 ਐਪੀਸੋਡ ਦੇ ਵਿੱਚ ਜਿੱਥੋਂ ਤੱਕ ਗੱਲ ਪਹੁੰਚੀ ਸੀ, ਜਿੱਥੋਂ ਤੱਕ ਅਸੀਂ ਵਾਰਤਾਲਾਪ ਨੂੰ ਲੈ ਕੇ ਗਏ ਸੀ, ਗੱਲ ਹੁਣ ਉੱਥੋਂ ਅੱਗੇ ਤੁਰਨੀ। ਬੋਲਾਂਪੁਰ ਦੇ ਵਿੱਚ ਵਿਦਿਆਰਥੀ ਸੰਗਠਨ, ਅਧਿਆਪਕ ਸੰਗਠਨ ਅਤੇ ਆਂਗਨਵਾੜੀ ਵਿਭਾਗ, ਆਂਗਨਵਾੜੀ ਮੰਡਲ ਦੇ ਜਿੰਨੇ ਵੀ ਰਹਿਨੁਮਾ ਸਨ, ਉਹ ਆਏ ਸੀ ਕਿਸੇ ਨਵੇਂ ਸੰਘਰਸ਼ ਦੀ ਆਸ ਲੈ ਕੇ। ਕਿਸੇ ਨਵੇਂ ਸੰਘਰਸ਼ ਦੀ, ਨਵੀਂ ਆਸ ਦੀ ਕਰੁੰਬਲਾਂ ਫੁੱਟਣ ਦੀ ਉਹਨਾਂ ਨੂੰ ਉਮੀਦ ਸੀ। ਚਿਣਗ ਜਾਗੀ ਸੀ, ਪਰ ਚਿਣਗ ਬੁਝਦੀ ਕਿਵੇਂ ਪਈ ਸੀ। ਪਿਛਲੇ ਐਪੀਸੋਡ ਦੇ ਵਿੱਚ ਪਾਲੀ ਦੇ ਵਿਸਥਾਰਪੂਰਨ ਰੂਬਰੂ ਰੂਪ ਅਤੇ ਸ਼ਾਇਦ ਪਾਲੀ ਦਾ ਪਹਿਲਾ ਲੰਬਾ ਉਲੇਖ ਇਸ ਸਾਰੇ ਸਿਫਰਨਾਮੇ ਦੇ ਵਿੱਚ ਸੁਣਨ ਨੂੰ ਮਿਲਿਆ। ਹਾਲੇ ਤੱਕ ਪਾਲੀ ਬਾਰੇ ਸੁਣਨ ਨੂੰ ਮਿਲ ਰਿਹਾ ਸੀ। ਕਦੇ ਨੂਰ, ਕਦੇ ਧਰਮਾ, ਕਦੇ ਗੁਰਚਰਨ, ਕਦੇ ਨਿੰਮੀ। ਉਹ ਦੱਸ ਰਹੇ ਸੀ ਪਾਲੀ ਦੇ ਬਾਰੇ। ਪਾਲੀ ਖੁਦ ਰੂਬਰੂ ਕੀ ਸੀ, ਉਹ ਸ਼ਾਇਦ ਹੁਣ ਬੋਲਿਆ ਸੀ। ਉਸ ਤੋਂ ਅੱਗੇ ਹੁਣ ਬੋਲਣ ਮਗਰੋਂ ਸੁਰਜੀਤ ਸਿੰਘ ਖਾਮੋਸ਼ ਸੀ। ਸੁਰਜੀਤ ਸਿੰਘ ਨੂੰ ਇਸ ਗੱਲ ਦਾ ਫਿਕਰ ਸੀ ਕਿ ਕਾਸ਼ ਹੁਣ ਧਰਮਾ ਵੀ ਹੁੰਦਾ ਮੌਜੂਦ। ਧਰਮਾ ਕੈਨੇਡਾ ਬੈਠਾ। ਮਨਿੰਦਰ ਅਮਨਪ੍ਰੀਤ ਨੂੰ ਕਹਿਣ ਲੱਗੀ, ਵੀਰ ਜੀ, ਇਹਨਾਂ ਗੱਲਾਂ ਵਿੱਚ ਤੁਸੀਂ ਹਾਲੇ ਵੀ ਇਕੱਲੇ ਨਹੀਂ ਹੋ। ਤੁਸੀਂ ਸਾਡੇ ਨਾਲ, ਸਾਡੇ ਤੋਂ ਅੱਗੇ ਤੁਰੋ। ਅਸੀਂ ਹਰ ਕਦਮ ਤੁਹਾਡੇ ਨਾਲ ਚੱਲਾਂਗੇ। ਇੰਦਰਪਾਲ ਸਿੰਘ ਦੇ ਚਿਹਰੇ ਉੱਤੇ ਇੱਕ ਅਜੀਬ ਮੁਸਕਰਾਹਟ ਆਈ ਮਨਿੰਦਰ ਦੀ ਗੱਲ ਸੁਣ ਕੇ। ਸਾਰਿਆਂ ਵੱਲ ਵੇਖਦੇ ਹੋਏ ਜਿਵੇਂ ਨਵੀਂ ਊਰਜਾ ਦੇ ਖੇੜੇ ਵਿੱਚ ਸਾਵਧਾਨ ਹੋ ਕੇ ਖੜ ਗਿਆ। ਹੌਲੀ ਦੇਣੇ ਮੁਸਕਰਾਉਂਦਾ ਹੋਇਆ ਬੋਲਣ ਲੱਗਾ, ਤੁਹਾਨੂੰ ਇੱਕ ਗੱਲ ਦੱਸਾਂ, ਤੁਹਾਡੇ ਪੰਜਾਬ ਵਿੱਚ ਗੁੰਡਾ ਰਾਜ ਹੁਣ ਹੋਰ ਸਿਖਰ ਉੱਤੇ ਜਾਏਗਾ। ਸਾਰਿਆਂ ਦੀ ਹੈਰਾਨੀ ਭਰੀ ਉਤਸੁਕਤਾ ਨੂੰ ਗੌਰ ਨਾਲ ਵੇਖਦਾ ਹੋਇਆ ਆਪਣੀ ਸਧਾਰਨ ਆਵਾਜ਼ ਵਿੱਚ ਹੋਰ ਖਿੱਚ ਲਿਆਉਂਦਾ ਹੋਇਆ ਗਰਜਿਆ, ਅੱਜ ਦੇ ਇਸ ਮੁਲਾਕਾਤ ਦੇ ਦਿਨ ਨੂੰ ਤੁਸੀਂ ਮੇਰਾ ਆਖਰੀ ਬਿਆਨ ਸਮਝਿਓ, ਕਿਉਂਕਿ ਰਾਣੀ ਗੁਲਨਾਜ਼ ਕੌਰ, ਸਰਦਾਰ ਸਰੂਪ ਸਿੰਘ, ਸਰਦਾਰ ਜਗਦੇਵ ਸਿੰਘ ਨੂੰ ਅੱਜ ਜ਼ਮਾਨਤ ਮਿਲ ਚੁੱਕੀ ਹੈ। ਕਾਨੂੰਨ ਦੇ ਵਫਾਦਾਰ ਸਿਪਾਹੀ, ਕਾਨੂੰਨ ਦੇ ਵਫਾਦਾਰ ਰਾਖੇ ਅਤੇ ਕਾਨੂੰਨ ਦੇ ਲੰਬੜਦਾਰ ਬਾਹਰ ਆ ਰਹੇ ਨੇ। ਇੱਕ ਦਾਤ ਤਾਂ ਦੇਣੀ ਬਣਦੀ ਹੈ ਨਾ। ਲਓ ਸੁਣੋ ਫਿਰ ਜ਼ਰਾ। ਐ ਮੁਲਕ ਦੇ ਨਿਜ਼ਾਮ ਸੁਣ, ਕਿਵੇਂ ਫੜਫੜਾ ਰਹੇ ਪਰਿੰਦੇ। ਤੇਰੀ ਨਜ਼ਰ ਦੇ ਸਾਹਮਣੇ ਵੇਕੇ ਨੂੰ ਚੜਾ ਰਹੇ ਪਰਿੰਦੇ। ਜ਼ਰਾ ਸਾਹਮਣੇ ਤਸਦੀਕ ਕਰਕੇ ਆ ਜਾਵੀਂ ਐ ਹਮਨਸ਼ੀ, ਤੌਫੀਕ ਦੀ ਗੱਲ ਠੀਕ ਨਹੀਂ ਫਿਰ ਹੜਬੜਾ ਰਹੇ ਪਰਿੰਦੇ। ਗੁਲਸ਼ਨ ਖਿੜੇ ਗੁਲ ਮੋਹਰ ਦੇ, ਮੈਂ ਮੰਗ ਲਏ ਗੁਲਾਬ ਵੀ। ਗੁਲਸ਼ਨ ਖਿੜੇ ਗੁਲ ਮੋਹਰ ਦੇ, ਮੈਂ ਮੰਗ ਲਏ ਗੁਲਾਬ ਵੀ। ਸੀ ਇਤਰ ਦੀ ਗੱਲ ਕਹਿ ਗਏ ਜ਼ਹਿਰਾਂ ਚੜਾ ਰਹੇ ਪਰਿੰਦੇ। ਨਾ ਵਾਕਿਫੇ ਮਖਮਲ ਹਾਂ ਮੈਂ, ਨਾ ਹੀ ਕਿਤੇ ਉਹਦਾ ਹਮਨਸ਼ੀ। ਤੇਰੇ ਸ਼ਹਿਰ ਦਾ ਬਾਗੀ ਹਾਂ ਮੈਂ, ਅਫਵਾਹ ਉਡਾ ਰਹੇ ਪਰਿੰਦੇ। ਖਾਮੋਸ਼ ਹਾਂ ਬਸ ਸ਼ਾਂਤ ਮੈਂ, ਨਾ ਹੀ ਜ਼ਲਜ਼ਲੇ ਦੀ ਤਾਂਗ ਕੋਈ। ਇਹਨੂੰ ਦਫਨ ਤੁਸੀਂ ਕਰ ਦਿਓ, ਪੱਟੀਆਂ ਪੜਾ ਰਹੇ ਪਰਿੰਦੇ। ਪੈਰਾਂ ਦੀ ਬੇੜੀਆਂ ਟੁੱਟਣ ਨਾ, ਪਰ ਲੋਹੇ ਜ਼ਰਜ਼ਰ ਹੋ ਰਹੇ। ਪੈਰਾਂ ਦੀ ਬੇੜੀਆਂ ਟੁੱਟਣ ਨਾ, ਪਰ ਲੋਹੇ ਜਰਜਰ ਹੋ ਰਹੇ। ਇਹਦੇ ਪੈਰ ਚੱਲਣੋਂ ਰਹਿ ਜਾਣ, ਸੰਗਲ ਤੁੜਾ ਰਹੇ ਪਰਿੰਦੇ। ਹਸਰਤ ਨਾ ਪੂਰੀ ਹੋਈ ਭਾਵੇਂ ਲੱਖ ਤਸ਼ੱਦਦ ਗੁਜ਼ਰੇ ਨੇ। ਹਾੜਾ ਸਿਫਰ ਤੂੰ ਮਰ ਵੀ ਜਾ, ਵੇਖੋ ਗਿੜਗਿੜਾ ਰਹੇ ਪਰਿੰਦੇ। ਹਾਲੇ ਤੱਕ ਤਾਂ ਫੈਸਲੇ ਕੇਂਦਰ ਨੇ ਵਾਪਸ ਲੈਣੇ ਸੀ ਆਪਣੇ ਅਧਿਆਦੇਸ਼ ਦੇ, ਪਰ ਰਾਣੀ ਗੁਲਨਾਜ਼ ਨੇ ਕਹਿਣਾ ਕਿ ਅਸੀਂ ਦਬਾਅ ਪਵਾ ਕੇ ਸਰਕਾਰ ਝੁਕਾਈ ਹੈ। ਪੰਜਾਬ ਜਿਹੜਾ ਕਿ ਮਹਿਜ਼ ਸੂਬਾ, ਪਰ ਇਹਨਾਂ ਨੇ 5 ਦਰਿਆਵਾਂ ਦੀ ਧਰਤੀ ਕਹਿ ਕੇ ਭਾਵਨਾਤਮਕ ਮੂਰਖ ਬਣਾਉਣਾ। 5 ਨਾਲੇ ਵੀ ਪੂਰੇ ਪਾਣੀ ਨਾਲ ਨਹੀਂ ਵਗਦੇ ਹੋਣੇ ਇੱਥੇ।
ਅੱਜ ਜਿਹਨੂੰ ਸਾਂਭ ਕੇ ਰੋਲਣ ਲਈ ਮੋਹਰੀ ਹੋਏ ਪਏ ਨੇ। ਤੇ ਵੇਖਿਓ ਐਵੇਂ ਟਕਰਾ ਨਾ ਬੈਠਿਓ ਇਹਨਾਂ ਨਾਲ। ਸਾਡੇ ਨਾਲੋਂ ਵੱਧ ਭੈੜੀ ਗੁਜ਼ਾਰਨੀ ਇਹਨਾਂ ਨੇ ਤੁਹਾਡੇ ਨਾਲ। ਸਾਂਭੋ ਹੁਣ ਆਪਣਾ ਆਪ। ਮੇਰੇ ਵੱਲੋਂ ਦੁਆਵਾਂ। ਨੇਕ ਦਿਲੀ ਭਰੀਆਂ ਜਿੰਦੜੀਆਂ ਆਬਾਦ ਰਹਿਣ। ਹੱਲੇ ਗੁੱਲੇ ਪਿੰਡ ਵਿੱਚ ਮੱਚਦੇ ਰਹੇ ਜੀ ਬਾਬਾ, ਸਰੋਂ ਦੇ ਫੁੱਲਾਂ ਨੂੰ ਭੌਰ ਖਾ ਗਏ। ਰਾਂਗਲੇ ਦੁਪੱਟੇ ਵਾਲੀ ਸੰਗ ਲੁੱਕ ਗਈ, ਹਾੜਾ ਕਿਹੋ ਜਿਹੇ ਦੌਰ ਇਹ ਆ ਗਏ। ਖਿੱਚੀਆਂ ਲਕੀਰਾਂ ਉੱਤੇ ਚੋਭਦੇ ਸੀ ਫੱਟ, ਬੂੰਦ ਲੇਪ ਠੰਡੀ ਲਾਉਂਦੀ ਰਹੀ ਮੇਘ ਦੀ। ਨਾਲੇ ਉਹ ਸਿਫਰ ਤੋਂ ਆਪ ਰੁੱਸ ਗਈ, ਨਾਲੇ ਕੱਚੀਆਂ ਰਾਹਾਂ 'ਚ ਰਹੀ ਡੇਗਦੀ। ਬਾਬਾ ਵੇ ਡਾਂਗ ਦੇ ਕਿੱਲੇ ਧਰਤੀ ਨੂੰ ਛੇਕਣ ਨਾ, ਨਾਲੇ ਉਹ ਗੱਲ ਵੀ ਕਰਦੇ ਪਰ ਮੱਥੇ ਟੇਕਣ ਨਾ। ਹਿੰਡ ਕਰਦੇ ਆਕੜ ਖੋਰੀ, ਰਲਦੀ ਸਾਹ ਚੋਰੀ ਚੋਰੀ। ਲੰਬੇ ਪੈਂਡੇ ਨੂੰ ਗਾਹ ਕੇ ਡਾਢੇ ਹੁਣ ਥੱਕੇ ਨੇ। ਇਹ ਬੰਦੇ ਲੂਣ ਹਰਾਮੀ ਫਰੇਬੀ ਪੱਕੇ ਨੇ। ਡਾਂਗਾਂ ਦੇ ਮੇਚ ਨਾ ਆਏ ਭੁਰੇ ਹੋਏ ਨੱਕੇ ਨੇ। ਭੁੱਲਦੇ ਰਾਹ ਸ਼ਾਮਾਂ ਤਾਈਂ ਪੈਦਲ ਮੈਂ ਤੁਰਿਆ ਜਾਵਾਂ। ਭੁੱਲਦੇ ਰਾਹ ਸ਼ਾਮਾਂ ਤਾਈਂ ਪੈਦਲ ਮੈਂ ਤੁਰਿਆ ਜਾਵਾਂ। ਇੰਨੀ ਗੱਲ ਮੇਚ ਨਾ ਆਈ ਵਿੱਚੋਂ ਵੀ ਖੁਰਿਆ ਜਾਵਾਂ। ਕਹਿਕਸ਼ਾਂ ਦੇ ਨੂਰ ਵੇਖ ਦੀਵੇ ਕਿਉਂ ਮਗਰੂਰ ਹੋਏ। ਵੇ ਕਹਿਕਸ਼ਾਂ ਦੇ ਨੂਰ ਵੇਖ ਦੀਵੇ ਕਿਉਂ ਮਗਰੂਰ ਹੋਏ। ਪੁੱਛਣੇ ਪਏ ਨੇ ਲੇਖੇ ਕਿਹੜੇ ਰਾਹ ਡੱਕੇ ਨੇ। ਇਹ ਬੰਦੇ ਲੂਣ ਹਰਾਮੀ ਫਰੇਬੀ ਪੱਕੇ ਨੇ। ਕਾਇਦੇ ਤੇਰੇ ਖਿਲਰੇ ਫਿਰਦੇ ਵਰਕੇ ਗਿਣ ਲਈ ਵੇ। ਕਾਇਦੇ ਤੇਰੇ ਖਿਲਰੇ ਫਿਰਦੇ ਵਰਕੇ ਗਿਣ ਲਈ ਵੇ। ਆਖਰ ਬੇਕਦਰੀ ਸਹਿੰਦੇ ਸੀ ਸੁੰਬਰ ਕੇ ਚਿਣ ਲਈ ਵੇ। ਹੌਕੇ ਹਰਫਾਂ 'ਚ ਉਕਰੇ ਝੂਠੇ ਸਹੁੰ ਖਾ ਕੇ ਮੁੱਕਰੇ। ਉੱਦਾਂ ਮੈਂ ਸੁਣਿਆ ਜਾਂਦੇ ਕਾਫਰ ਵੀ ਮੱਕੇ ਨੇ। ਇਹ ਬੰਦੇ ਲੂਣ ਹਰਾਮੀ ਫਰੇਬੀ ਪੱਕੇ ਨੇ। ਗੁੰਬਦ ਵਿੱਚ ਅੱਜ ਨਮਾਜ਼ਾਂ ਹੁੰਦੀਆਂ ਨੇ ਗਹਿਰ ਕਵੇਲੇ। ਗੁੰਬਦ ਵਿੱਚ ਅੱਜ ਨਮਾਜ਼ਾਂ ਹੁੰਦੀਆਂ ਨਾ ਸਿਫਰ ਦਾ ਨਾਵਾਂ ਚਣਗਾਂ ਦੇ ਬੁੱਝਣ ਵੇਲੇ। ਵਾਪਸ ਖੇੜੇ ਵਿੱਚ ਮੁੜਿਆ ਹਾਲੇ ਹੋਰ ਸਾਹ ਨਾ ਜੁੜਿਆ। ਜਿੰਨੇ ਲੰਘੇ ਸਭ ਸੋਹਣੇ ਟੁੱਟੇ ਚੱਕੀ ਦੇ ਚੱਕੇ ਨੇ। ਇਹ ਬੰਦੇ ਲੂਣ ਹਰਾਮੀ ਫਰੇਬੀ ਪੱਕੇ ਨੇ। ਇਜਲਾਸ ਦੇ ਨਾਲ ਨਾਲ ਅੱਜ ਦਾ ਪੂਰਾ ਸੰਗ੍ਰਹਿ ਵੀ ਮੁੱਕਿਆ। ਪਾਲੀ ਸਵੇਰੇ ਘਰ ਛੱਡ ਕੇ ਜਾ ਚੁੱਕਾ ਸੀ। ਸੁਰਜੀਤ ਸਿੰਘ ਫੋਨ ਤੇ ਧਰਮੇ ਨਾਲ ਗੱਲ ਕਰ ਰਹੇ। ਭਾਈਆ ਜੀ ਮੇਰੇ ਬੋਲ ਕੰਬਦੇ ਆ, ਉਹਨੂੰ ਟੋਕਦੇ ਆ। ਹਾਲੇ ਕੱਖ ਪੱਲੇ ਨਹੀਂ ਪੈ ਰਿਹਾ ਕਿ ਕਹਿਣਾ ਕੀ ਉਹਨੂੰ, ਤੇ ਉਹਦੀ ਰਾਹ ਰੋਕਣ ਨੂੰ ਕਮਲਜੀਤ ਦੀ ਦਿੱਤੀ ਆਵਾਜ਼ ਵੀ ਬੇਅਸਰ ਰਹੀ। ਹਰਚਰਨ ਕਹਿਣ ਲੱਗਾ, ਪਰ ਪਾਲੀ ਨੇ ਐਦਾਂ ਹਾਰ ਕਿਵੇਂ ਮੰਨ ਲਈ? ਉਹ ਹਥਿਆਰ ਸੁੱਟ ਸਕਦਾ ਹੈ ਪਰ ਹਾਰ ਮੰਨਣ ਵਾਲੀ ਸ਼ੈ ਨਹੀਂ। ਜ਼ਰੂਰ ਕੁਝ ਹੋਰ ਸੋਚਦਾ ਹੋਊ। ਉਹਨੂੰ ਕਹਿਣਾ ਮੇਰੇ ਨਾਲ ਗੱਲ ਕਰੇ ਛੇਤੀ ਤੋਂ ਛੇਤੀ। ਸੁਰਜੀਤ ਸਿੰਘ ਕਹਿਣ ਲੱਗੇ, ਤੂੰ ਯਕੀਨ ਨਹੀਂ ਮੰਨਣਾ ਮੇਰੀ ਗੱਲ ਦਾ, ਪਰ ਉਹ ਜਿਵੇਂ ਰੀਝ ਨਾਲ ਸਾਰਿਆਂ ਨੂੰ ਵੇਖ ਕੇ ਘਰੋਂ ਬਾਹਰ ਨਿਕਲਿਆ ਨਾ, ਐਦਾਂ ਜਾਪਦਾ ਸੀ ਕਿ ਮੁੜ ਕੇ ਸਾਨੂੰ ਵੇਖਣਾ ਨਹੀਂ ਉਹਨੇ। ਕੋਲ ਬੈਠੀ ਕਮਲਜੀਤ ਟੋਕਦੀ ਹੋਈ ਬੋਲੀ, ਘੱਟੋ ਘੱਟ ਤੁਸੀਂ ਤਾਂ ਐਦਾਂ ਨਾ ਬੋਲੋ। ਉਹਦਾ ਤਾਂ ਪਤਾ ਹੀ ਹੈ, ਪਰ ਰੱਬ ਉੱਤੇ ਭਰੋਸਾ ਰੱਖੋ, ਐਂ ਧੱਕਾ ਨਹੀਂ ਹੁੰਦਾ। ਹਰਚਰਨ ਭਰਜਾਈ ਦੀ ਗੱਲ ਸੁਣ ਚੁੱਕਾ ਸੀ। ਕਹਿਣ ਲੱਗਾ, ਸੁਰਜੀਤ ਸਿਆਂ ਸਾਡੇ ਸਿਰ ਗੁਰਚਰਨ ਦੇ ਪੂਰੇ ਪਰਿਵਾਰ ਦਾ ਕਰਜ਼ਾ ਹੈ, ਜਿਹੜਾ ਕਿਸੇ ਵੀ ਸੂਦ ਨਾਲ ਮੋੜਿਆ ਨਹੀਂ ਜਾ ਸਕਦਾ। ਪਾਲੀ ਆਪਣੀ ਅਖੀਰ ਮੰਨ ਕੇ ਤੁਰਿਆ। ਇਸ ਵੇਲੇ ਸਾਰੇ ਨਾਗਾਂ ਨੂੰ ਜੇਲੋਂ ਬਾਹਰ ਕਰ ਦਿੱਤਾ ਹੈ। ਜੇਲ੍ਹ ਵੀ ਮਹਿਫੂਜ਼ ਨਹੀਂ। ਚਰਨਪ੍ਰੀਤ ਦੱਸਦਾ ਸੀ ਲਾਹੌਰੋਂ ਨੂਰ ਨੇ ਕੋਈ ਖੱਤ ਇਹਨੂੰ ਭੇਜਿਆ ਸੀ, ਜਿਹਦਾ ਕੋਈ ਜਵਾਬ ਨਹੀਂ ਦਿੱਤਾ। ਗੁਰਮੀਤ ਨੂੰ ਪੁੱਛ ਉਹਨੂੰ ਕਿ ਕੀ ਕਹਿੰਦਾ ਸੀ ਪਾਲੀ। ਸੁਰਜੀਤ ਸਿੰਘ ਕਹਿਣ ਲੱਗੇ, ਆਹ ਕੋਲੇ ਬੈਠੀ ਹੈ ਧੀ ਰਾਣੀ। ਧੀਏ ਦੱਸੀ ਇਹਨੂੰ ਮਹਾਨ ਬੋਲ, ਪਿਓ ਵਾਲੀ ਬੇਰੁਖੀ ਕਿਵੇਂ ਦਿਖਾਉਂਦਾ ਸੀ। ਹਰਚਰਨ ਸਿੰਘ ਦੇ ਹੱਸਣ ਦੀ ਆਵਾਜ਼ ਆਉਂਦੀ ਹੈ। ਸੁਰਜੀਤ ਸਿਆਂ ਤੂੰ ਇੰਨਾ ਕਲਪਦਾ ਕਿਉਂ ਹੁੰਨਾ? ਬੜੀ ਵਾਰੀ ਕਿਹਾ ਫਿਕਰ ਓਨੀ ਕਰ ਜਿੰਨੀ ਨਿਭ ਜਾਵੇ, ਬਾਕੀ ਗੱਲ ਵਕਤ ਤੇ ਛੱਡ ਦਿਓ, ਜੋ ਹੁੰਦਾ ਉਹ ਹੋ ਕੇ ਰਹਿਣਾ। ਗੁਰਮੀਤ ਕੌਰ ਉਹ ਫੋਨ ਵਿੱਚੋਂ ਹੀ ਬੋਲਦੀ ਹੈ, ਪਰ ਪਾਲੀ ਤਾਂ ਆਪਣਾ ਰੱਬ ਆਪੇ ਬਣਿਆ ਬੈਠਾ, ਆਪੇ ਤੈਅ ਕਰਦਾ ਕਦੋਂ ਕੀ ਕਰਨਾ ਹੈ ਕੀ ਨਹੀਂ ਕਰਨਾ। ਮੈਨੂੰ ਹੁਣ ਵੀ ਪਤਾ ਉਹਨੇ ਜਦੋਂ ਵੀ ਮੇਰੇ ਨਾਲ ਗੱਲ ਕਰਨੀ ਤਾਂ ਜ਼ਰੂਰ ਕੋਈ ਹੁਕਮ ਧਰ ਦੇਣਾ ਪਿਆਰ ਨਾਲ। ਮੈਂ ਵੀ ਇੰਨੀ ਝੱਲੀ ਹਾਂ, ਗੱਲ ਮੋੜੀ ਨਹੀਂ ਜਾਂਦੀ। ਨਿਰੰਜਨ ਨੇ ਖਬਰੇ ਕਿੰਨੀ ਵਾਰੀ ਇਹਨੂੰ ਕਿਹਾ ਸੀ ਕਿ ਜ਼ਮਾਨਤ ਦਿਵਾਉਣ ਲਈ ਪਟੀਸ਼ਨ ਲਗਾਉਣੀ,
ਪਰ ਇਹਨੇ ਉਹਨੂੰ ਰੋਕੀ ਰੱਖਿਆ। ਇੰਨਾ ਅੱਕ ਗਿਆ ਸੀ ਕਿ ਸਾਨੂੰ ਮਿਲਣ ਤੱਕ ਤੋਂ ਨਾ ਕਰ ਗਿਆ। ਨੂਰ ਦਾ ਸੁਨੇਹਾ ਬੜਾ ਡਾਢਾ ਸੀ, ਪਰ ਇਹਨੇ ਉਹਨੂੰ ਵੀ ਨਹੀਂ ਗੌਲਿਆ। ਹੁਣ ਖਬਰੇ ਕੀ ਸੋਚ ਕੇ ਤੇ ਕੀ ਵਿਚਾਰ ਕੇ ਕਿੱਧਰ ਨੂੰ ਤੁਰ ਗਿਆ। ਨਿੰਮਾ ਵੈਦ ਹਾਲੇ ਤੱਕ ਲੱਭਿਆ ਨਹੀਂ ਗਿਆ। ਉੱਤੋਂ ਅੱਜ ਪਤਾ ਲੱਗਿਆ ਸੀ ਕਿ ਪਾਲੀ ਨੇ ਆਪਣੇ ਬਾਪੂ ਦੇ ਕਤਲ ਦੀ ਤਫਤੀਸ਼ ਵਾਲਾ ਕੇਸ ਵੀ ਵਾਪਸ ਲੈ ਲਿਆ। ਕਮਲਜੀਤ ਕੋਲ ਬੈਠੀ ਸੁਣਦੀ ਕਹਿਣ ਲੱਗੀ, ਧੰਨ ਵਾਹਿਗੁਰੂ, ਆਹ ਕੀ ਹੋਣ ਜਾ ਰਿਹਾ। ਹਰਚਰਨ ਕਹਿਣ ਲੱਗਾ, ਕੁਝ ਹੋਏਗਾ, ਮੇਰਾ ਖਿਆਲ ਹੈ ਹੁਣ ਬਹੁਤ ਕੁਝ ਹੋਏਗਾ। ਮੈਂ 4 ਦਿਨ ਬਾਅਦ ਪੰਜਾਬ ਪਰਤ ਰਿਹਾ, ਤੁਸੀਂ ਫਿਕਰ ਨਾ ਕਰੋ, ਮੈਂ ਵੇਖਦਾ। ਸਾਰੇ ਫਿਕਰਮੰਦ ਨੇ, ਪਰ ਪਾਲੀ ਦੀ ਫਿਕਰਾਂ ਨਾਲ ਨਾਲ ਆਪਣੀ ਫਿਕਰ ਵੀ ਚੱਲ ਰਹੀ ਸੀ, ਕਿਉਂਕਿ ਸੁਪਰੀਮ ਪੰਚਾਇਤੀ ਰਾਜ ਐਕਟ ਮੁੜ ਬਹਾਲ ਕਰ ਦਿੱਤਾ। ਦੂਜੀ ਧਿਰ ਪਟੀਸ਼ਨ ਪਾਉਣ ਵਾਲੇ ਵਕੀਲਾਂ ਸਿਰ ਜੁਰਮਾਨੇ ਧਰ ਦਿੱਤੇ। ਗੁਰਮੀਤ ਨੂੰ ਬੁਲਾ ਕੇ ਸੁਰਜੀਤ ਸਿੰਘ ਨੇ ਕੋਲ ਬਿਠਾਇਆ ਤੇ ਅਖਬਾਰ ਅੱਗੇ ਧਰ ਦਿੱਤੀ। ਗੁਰਮੀਤ ਵੇਖ ਕੇ ਸਮਝ ਗਈ। ਸੁਰਜੀਤ ਸਿੰਘ ਪੁੱਛਣ ਲੱਗੇ, ਕਿੰਨੀ ਕੁ ਰਕਮ ਤੇਰੇ ਕੋਲ ਜੁੜਦੀ ਹੈ ਧੀਏ? ਕੱਲ ਦੀ ਗੁਪਚੁਪ ਬੈਠੀ ਹੈ, ਪਾਲੀ ਵਾਲੀ ਫਿਕਰ ਦੇ ਆਸਰੇ ਇਹ ਤੋਂ ਸਾਡਾ ਧਿਆਨ ਹਟਾਉਣਾ ਚਾਹੁੰਦੀ ਹੈ। ਗੁਰਮੀਤ ਕਹਿਣ ਲੱਗੀ, ਨਹੀਂ ਬਾਪੂ ਜੀ, ਦਰਅਸਲ ਉਹ ਮੇਰਾ ਤੇ ਪਰਮਜੀਤ ਦਾ ਜੁੜਿਆ ਪੈਸਾ ਕਾਫੀ ਸੀਗਾ। ਅੱਜ ਕੋਰਟ ਦੇ ਵਿੱਚ ਉਹ ਦੇ ਆਈ ਹੈ। ਤੁਹਾਨੂੰ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ, ਮੇਰੇ ਵੱਲੋਂ ਸਭ ਠੀਕ ਹੈ। ਭਲਾ ਫਿਰ ਪਰਮਜੀਤ ਅੱਗੇ ਕੀ ਕਰੇਗੀ ਹੁਣ? ਗੁਰਮੀਤ ਕਹਿੰਦੀ, ਪਤਾ ਨਹੀਂ, ਉਹ ਕਦੇ ਕੁਝ ਨਹੀਂ ਦੱਸਦੀ, ਨਾ ਆਪਣੇ ਕੰਮਾਂ ਬਾਰੇ। ਪੁੱਛੋ ਵੀ ਤਾਂ ਕਹਿ ਦਿੰਦੀ ਹੈ ਕਿ ਦੱਸਣ ਨੂੰ ਕੁਝ ਬਚਿਆ ਨਹੀਂ। ਕਹਿਣ ਨੂੰ ਅੱਖਰ ਮੁੱਕ ਜਾਂਦੇ ਨੇ। ਜੋ ਕਰ ਰਹੀ ਹੈ ਉਹ ਸੱਚ ਹੈ, ਤੇ ਜੋ ਅਫਵਾਹ ਹੈ ਉਹ ਮੇਰੀ ਅਖੀਰ। ਸੁਰਜੀਤ ਸਿੰਘ ਫਿਰ ਨਿਰਾਸ਼ਤਾ ਦੇ ਘੇਰੇ ਵਿੱਚ ਜਾ ਬਹਿੰਦੇ ਨੇ। ਇੱਕ ਤਾਂ ਇੱਥੇ ਗੁੰਝਲਦਾਰ ਗੱਲਾਂ ਹੀ ਮੁੱਕਣ 'ਚ ਨਹੀਂ ਆਉਂਦੀਆਂ। ਪਾਲੀ ਪੁੱਤਰ ਤੋਂ ਇਲਾਵਾ ਇੰਨੇ ਵਰਿਆਂ 'ਚ ਕੋਈ ਵੀ ਸਾਫ਼ ਸਿੱਧੀ ਗੱਲ ਕਰਦਾ ਮੈਂ ਨਹੀਂ ਵੇਖਿਆ। ਹੁਣ ਤਾਂ ਟੋਕਣ ਨੂੰ ਵੀ ਮੇਰਾ ਚਿੱਤ ਨਹੀਂ ਕਰਦਾ। ਪਤਾ ਨਹੀਂ ਇੰਨੇ ਨਿਰਮੋਹੇ ਕਿੱਥੋਂ ਇਕੱਠੇ ਹੋ ਗਏ ਮੇਰੀ ਜ਼ਿੰਦਗੀ 'ਚ। ਅਬੋਹਰ ਜੇਲ੍ਹ ਵਿੱਚ ਜੇਲਰ ਕੁਲਵੀਰ ਸਿੰਘ ਆਪਣੀ ਬਦਲੀ ਹੋਣ ਮਗਰੋਂ ਇੱਥੇ ਡਿਊਟੀ ਉੱਤੇ ਤੈਨਾਤ ਸੀ। ਆਪਣੇ ਕੁਆਟਰ ਵਿੱਚ ਆਰਾਮ ਕਰ ਰਿਹਾ ਸੀ। ਰਾਤ ਦੇ 10:30 ਵਜੇ ਸਨ। ਬੂਹਾ ਖੜਕਿਆ। ਕੌਣ ਹੈ? ਬਾਹਰੋਂ ਆਵਾਜ਼ ਆਈ, ਜਨਾਬ ਮੈਂ ਹੌਲਦਾਰ। ਬਾਹਰ ਕੋਈ ਅਜਨਬੀ ਤੁਹਾਨੂੰ ਮਿਲਣ ਆਇਆ ਹੈ। ਇਸ ਵੇਲੇ ਕੌਣ ਆਇਆ ਹੈ? ਕਿਹਾ ਨਹੀਂ ਕਿ ਸਵੇਰੇ ਆਈ? ਆਵਾਜ਼ ਆਈ, ਕਿਹਾ ਸੀ ਜਨਾਬ, ਪਰ ਉਹਨੇ ਕਿਹਾ ਕਿ ਤੁਹਾਡੇ ਦਫ਼ਤਰ ਵਿੱਚ ਤੁਹਾਡਾ ਇੰਤਜ਼ਾਰ ਕਰਨਗੇ। ਉਹ ਇਤਲਾਹ ਦੇਣ ਨੂੰ ਕਿਹਾ ਉਹਨੇ। ਕੁਲਵੀਰ ਕਹਿਣ ਲੱਗਾ, ਠੀਕ ਹੈ, ਆਉਣਾ ਮੈਂ। ਕੋਈ ਮਹਿਕਮੇ ਦਾ ਬੰਦਾ ਹੋਣਾ। ਜੀ ਜਨਾਬ। ਉਸ ਅਜਨਬੀ ਨੂੰ ਦਫ਼ਤਰ ਵਿੱਚ ਬਿਠਾਇਆ ਗਿਆ ਸੀ। ਉਹ ਵੇਖ ਰਿਹਾ ਸੀ ਕੰਧਾਂ 'ਤੇ ਲਟਕੇ ਸਮੇਂ ਦੀ ਸਰਕਾਰਾਂ ਤੇ ਮੁਲਕ ਦੇ ਪੁਰਾਣੇ ਆਗੂਆਂ ਦੇ ਚਿੱਤਰ, ਤੇ ਮੁਲਕ ਦਾ ਮਾਨਚਿੱਤਰ ਵੀ। ਵੇ ਹਾਕਮੋ, ਇਸ ਨਿਜ਼ਾਮ ਉੱਤੇ ਤਰਸ ਬਹੁਤ ਆਉਂਦਾ ਹੈ। ਵੇ ਹਾਕਮੋ, ਇਸ ਨਿਜ਼ਾਮ ਉੱਤੇ ਤਰਸ ਬਹੁਤ ਆਉਂਦਾ ਹੈ। ਉਮੀਦ ਵੱਟੇ ਸ਼ਿਕਨ, ਲੇਕਿਨ ਵਹਿਮ ਕੋਈ ਵਾਹੁੰਦਾ ਹੈ। ਭਰਮਾਂ ਦੇ ਇਸ ਦੇਸ਼ ਵਿੱਚ ਤਾਂ ਸ਼ਰਮਾਂ ਦੀ ਤੋਟ ਹੋ ਗਈ। ਨੀਅਤ ਬੇਰੰਗ ਹੈ ਉੱਤੋਂ, ਫਿਕਰੇ ਬੋਲ ਸੁਣਾਉਂਦਾ ਹੈ। ਮਸਲੇ ਵੀ ਸੰਗੀਨ ਨਾ, ਪਰ ਲੋਕ ਟੇਢੇ ਗੁੰਝਲਦਾਰ ਨੇ। ਹਾਲੇ ਕੁਝ ਫਿਰਕੇ ਸਾਡੀ ਹੋਂਦ ਉੱਤੇ ਸ਼ਾਹ ਸਵਾਰ ਨੇ। ਨਹੀਂ ਮੁਸ਼ਕਿਲ ਸ਼ਹਿਬਾਜ਼ਾਂ ਨੂੰ ਕੋਈ ਤਕਲੀਫ ਵਾਲੀ। ਅਸੀਂ ਨਾ ਸਮਝੀ ਵਾਲੇ ਕੀਤੇ ਕਈ ਵਰਕੇ ਤਿਆਰ ਨੇ। ਹਿੰਦਸੇ ਵੀ ਨੁਕਤੇ ਵਿੱਚ ਲਿਖੇ, ਸ਼ਰ੍ਹਾ ਦੀ ਤਾਲੀਮ ਨਹੀਂ। ਮਰਜ਼ ਨਾਸਾਜ਼ ਹੋਏ ਕਿ ਇੱਥੇ ਕੋਈ ਹਕੀਮ ਨਹੀਂ। ਦੇਖਾ ਦੇਖੀ ਘਰ ਕੁੱਲੇ, ਸਾਥੋਂ ਆਪਣੇ ਫੂਕੇ ਗਏ। ਕਬਰਾਂ ਵਿੱਚ ਆਣ ਪਹੁੰਚੇ ਤੇ ਸੱਚ ਝੂਠ ਤਕਸੀਮ ਨਹੀਂ। ਕੱਚੇ ਭਾਂਡੇ ਵੀ ਭੇਖੀ ਨੇ, ਸਾਡੀ ਸਿਰ ਤੇ ਚੌਧਰ ਧਾਰੀ ਹੈ। ਕੱਚੇ ਭਾਂਡੇ ਵੀ ਭੇਖੀ ਨੇ, ਸਾਡੀ ਸਿਰ ਤੇ ਚੌਧਰ ਧਾਰੀ ਹੈ। ਅਸੀਂ ਗੁਲਾਮ ਕੀਦੇ ਹਾਂ, ਆਜ਼ਾਦੀ ਉਧਰ ਹਾਰੀ ਹੈ। ਸਿਫਰ ਨਵੀਸ ਨੂੰ ਪੁੱਛਣਗੇ ਜੋ ਹੋਰ ਉਲਾਂਭੇ ਵੰਡੇਗਾ। ਇਹ ਤਰਤੀਬ ਜ਼ਮਾਨੇ ਦੀ ਮਿੰਨਤਾਂ 100 ਕਰ ਤਾਰੀ ਹੈ। ਕੁਲਵੀਰ ਸਿੰਘ ਉਸ ਵਿਅਕਤੀ ਦਾ ਆਵਾਜ਼ਾਂ ਸੁਣਦਾ ਹੋਇਆ ਆ ਗਿਆ ਸੀ। ਜਨਾਬ ਸਿਫਰ ਨਵੀਸ ਦਾ ਮਰਾਤਬਾ ਬੁਲੰਦ ਹੋਵੇ। ਇੰਦਰਪਾਲ ਸਿੰਘ ਵਿਅੰਗ ਵਿੱਚ ਹੀ ਕਹਿੰਦਾ ਹੈ, ਜਿਉਂਦਾ ਰਹਿ ਪੁੱਤਰਾ, ਆ ਜਾ, ਬਹਿ ਜਾ ਆਪਣੀ ਗੱਦੀ ਉੱਤੇ। ਕੁਲਵੀਰ ਕਹਿਣ ਲੱਗਾ, ਮਹਿਕਮੇ ਵਾਲਿਆਂ ਵਾਂਗੂ ਛਾਪੇ ਮਾਰਨ ਵਾਲਿਆ,
ਜਿਹੋ ਜਿਹੇ ਤੇਰੇ ਕਾਰੇ ਆ, ਨਿਰੰਜਨ ਸਿਉਂ ਵਰਗਾ ਅਫਸਰ ਹਜੇ ਮਿਲਿਆ ਨਹੀਂ ਹੈ ਮਹਿਕਮੇ ਨੂੰ। ਇੰਦਰਪਾਲ ਕਹਿਣ ਲੱਗਾ, ਪਰ ਫਾਇਦਾ ਕੋਈ ਨਹੀਂ, ਇੱਥੇ ਲੋਕਾਂ ਦੇ ਜ਼ਿਹਨ ਵਿੱਚ ਹੀ ਅਰਾਜਕਤਾ ਦੀ ਮੈਲ ਗਲੇ ਤੱਕ ਭਰੀ ਪਈ ਹੈ। ਇਹਨਾਂ ਭਾਣੇ ਇਹਨਾਂ ਦੀ ਕਰਤੂਤਾਂ ਅਸੀਂ ਕਰਨ ਜਾਂਦੇ ਹਾਂ ਅਤੇ ਮਹਿਕਮੇ ਦਾ ਕੰਮ ਇਹਨਾਂ ਦੇ ਪੁਰਖੇ ਆ ਕੇ ਸਾਂਭਦੇ ਨੇ। ਕੁਲਵੀਰ, ਓਏ ਜ਼ੁਬਾਨ ਸੰਭਾਲ ਕੇ ਬੋਲ, ਅਗਲਿਆਂ ਦੇ ਪੁਰਖੇ ਰਾੜੇਗਾ, ਤੇਰਾ ਕੀ ਬਣਾਉਣਗੇ ਅਗਲੇ। ਇੰਦਰਪਾਲ ਸਿੰਘ ਕਹਿੰਦਾ, ਚੰਗਾ ਹੀ ਬਣੂ ਬਾਊ, ਜਿਹੋ ਜਿਹਾ ਕੱਟਿਆ ਇਦੋਂ ਮਾੜਾ ਤਾਂ ਨਹੀਂ ਹੋਣਾ। ਕੁਲਵੀਰ ਸਿੰਘ ਕਹਿਣ ਲੱਗਾ, ਹੌਂਸਲਾ ਰੱਖ ਪਾਲੀ, ਇੱਥੇ ਬਹੁਤ ਕੁਝ ਬਾਕੀ ਪਿਆ। ਕਮਲਿਆਂ ਸਿਰਫਿਰਿਆਂ ਮੰਦ ਬੁੱਧੀਆਂ ਨਾਲੋਂ ਤਾਂ ਬਥੇਰਾ ਚੰਗਾ ਹੈ। ਨਾਲੇ ਲੋਕਾਂ ਦਾ ਕੀ ਹੈ, ਇਹਨਾਂ ਨੇ ਕਦੇ ਵੀ ਅਸਲੀਅਤ ਵਿੱਚ ਜਿਉਣਾ ਨਹੀਂ ਸਿੱਖਿਆ। ਇੰਦਰਪਾਲ ਸਿੰਘ ਕਹਿਣ ਲੱਗਾ, ਜਦੋਂ ਤੂੰ ਆਪਣੇ ਦਿਮਾਗ ਵਿੱਚ ਤੁਲਨਾ ਵਜੋਂ ਮੈਨੂੰ ਉਹਨਾਂ ਨਾਲ ਖੜਾ ਹੀ ਲਿਆ ਨਾ ਬਾਊ, ਸਮਝ ਲੈ ਉਹਨਾਂ ਦੇ ਬਰੋਬਰ ਹੀ ਆਉਣਾ ਮੇਰਾ ਨਾਂ, ਕਮਲਿਆਂ ਸਿਰਫਿਰਿਆਂ ਤੇ ਮੰਦ ਬੁੱਧੀਆਂ ਬਰੋਬਰ। ਨਾਲੇ ਭੂਸਰੇ ਸਾਨਾਂ ਦੇ ਸੂਬੇ 'ਚ ਛਿੰਝ ਦੁਬਾਰਾ ਤਿਆਰ ਹੈ। ਬੰਦਾ ਬਣ ਕੇ ਆਪਣੇ ਕੰਮਾਂ ਵੱਲ ਧਿਆਨ ਦਿਓ। ਕੱਲ੍ਹ ਕੁਝ ਬੇਅਕਲ ਇਕੱਠੇ ਹੋ ਕੇ ਮਿਲਣ ਆਏ ਸੀ। ਇੱਕ ਤਾਂ ਸਾਡੇ ਪੰਜਾਬੀਆਂ ਨੂੰ ਬਗਾਵਤ ਵੀ ਛੋਲਿਆਂ ਦਾ ਵੱਢ ਜਾਪਦੀ ਹੈ। ਕੁਲਵੀਰ ਕਹਿਣ ਲੱਗਾ, ਰੀਸਾਂ ਹੀ ਕਰਨੀਆਂ ਇਹਨਾਂ ਨੇ, ਰੌਲਾ ਸਾਰਾ ਰਾਜ ਦਾ ਹੈ। ਹੋਰ ਇਹਨਾਂ ਨੂੰ ਡੱਕੇ ਜਿੰਨੀ ਵੀ ਮਨੁੱਖਤਾ ਦੀ ਕਦਰ ਹੈ ਨਹੀਂ। ਆਹ ਜੇਲਾਂ ਭਰੀਆਂ ਪਈਆਂ, ਬ੍ਰੇਨ ਵਾਸ਼ ਹੋਏ ਪਏ ਸਾਰੀ ਲਗੌੜ ਦੇ। ਮੈਂ ਕਹਿੰਦਾ ਇੱਕ ਵਾਰੀ ਵੱਡਾ ਮਹਾਯੱਗ ਕਰਕੇ ਇੰਦਰ ਦੇਵਤੇ ਤੋਂ ਵਰਦਾਨ ਮੰਗੀਏ ਬਿਜਲੀ ਸਿੱਟਣ ਵਾਸਤੇ। ਇੰਦਰਪਾਲ ਕਹਿਣ ਲੱਗਾ, ਅੱਗੇ ਬਿਜਲੀ ਨਹੀਂ ਡਿੱਗੀ ਦਿੰਦੀ ਤੈਨੂੰ, ਪਰ ਖੈਰ ਕਰਨ ਨੂੰ ਵੀ ਕੁਝ ਨਹੀਂ ਹੈ ਇਹਨਾਂ ਕੋਲ। ਮੈਂ ਜਿਸ ਕੰਮ ਆਇਆ ਤੂੰ ਉਹ ਸੁਣ, ਇਹਨਾਂ ਨੂੰ ਛੱਡ। ਹੁਕਮ ਕਰੋ ਬਾਬਿਓ, ਉਡੀਕ ਰਿਹਾ ਕਿਹੜਾ ਹੁਕਮਨਾਮਾ ਸੁਣਾ ਕੇ ਤੁਸੀਂ ਤੁਰਦੇ ਬਣਨਾ। ਇੰਦਰਪਾਲ ਸਿੰਘ ਕਹਿਣ ਲੱਗਾ, ਨੂਰ ਜਵਾਬ ਉਡੀਕਦੀ ਹੋਣੀ ਮੇਰਾ। ਉਹਨੂੰ ਉਹਦੇ ਖਾਵੰਦ ਨੂੰ ਮੇਰਾ ਸੁਨੇਹਾ ਸਿਰਫ ਇੰਨਾ ਦਵੀਂ ਕਿ ਸਿਫਰਨਾਮੇ ਦੀ ਤਹਿਰੀਰ ਦੇ ਮੇਚ ਦੇ ਵਿਦਿਆਰਥੀ ਤਿਆਰ ਕਰਨ। ਇਖਤਲਾਫ ਤੇ ਬਗਾਵਤ ਦੀ ਬੇਵਕੂਫੀ ਤੋਂ ਉਹ ਹੀ ਦੂਰ ਰਹਿ ਸਕਦੀ ਹੈ। ਸਾਡੇ ਵੱਲ ਤੇ ਹਜੇ ਸਿਆਣਪ ਬਹੁਤ ਦੂਰ ਹੈ। ਕੁਲਵੀਰ ਕਹਿਣ ਲੱਗਾ, ਕਿਉਂ ਹਾਰ ਮੰਨ ਗਏ ਜਨਾਬ? ਪੰਚਾਇਤੀ ਰਾਜ ਦੀ ਧਿਰ ਬੰਦੇ ਦੀ ਆਕੜ ਐਦਾਂ ਭਾਂਦੀ ਹੈ। ਮੈਂ ਪਹਿਲੋਂ ਵੀ ਕਿਹਾ ਸੀ ਤੈਨੂੰ, ਇੱਥੇ ਬੁੱਤ ਪ੍ਰਸਤਾਂ ਤੇ ਰੱਬ ਪ੍ਰਸਤਾਂ ਦੀ ਭਰਮਾਰ ਹੈ ਸੋਹਣਿਆ। ਸਭ ਕੁਝ ਗਵਾ ਕੇ ਹੋਸ਼ ਆ ਰਹੀ ਹੈ ਤੈਨੂੰ। ਇੰਦਰਪਾਲ ਸਿੰਘ ਕਹਿਣ ਲੱਗਾ, ਆਰਾ ਨਹੀਂ ਆ ਮੈਂ ਜਿਹੜਾ ਇਸ ਰੁੱਖ ਦੀ ਲੱਕੜ ਵਿੱਚ ਧੱਸ ਕੇ ਦੰਦੇ ਭਰਵਾਵਾਂ। ਕੁਹਾੜੀ ਦਾ ਦਸਤਾ ਹਾਂ, ਵੇਖੀ ਚੱਲ ਕਿਵੇਂ ਇਸ ਧਰਾ ਵਿੱਚੋਂ ਸੁੱਤੀ ਕਲਾ ਜਗਾਉਂਦਾ ਮੈਂ। ਨਾਲੇ ਮੁੱਦਾ ਸਥਾਪਤੀ ਦਾ ਕਦੇ ਵੀ ਨਹੀਂ ਰਿਹਾ। ਹਰ ਜੰਗ ਵਿੱਚੋਂ ਜਦੋਂ ਆਪਣੀ ਤਾਕਤ ਕਮਜ਼ੋਰ ਹੋਵੇ ਤਾਂ ਵੱਧ ਤੋਂ ਵੱਧ ਬਚਾਅ ਜ਼ਰੂਰੀ ਹੈ। ਨਾਲੇ ਹਰ ਕੋਈ ਸਰਕਾਰ ਨਾਲ ਆਡੇ ਲੈਣ ਨੂੰ ਤੁਰੇ ਫਿਰਦੇ ਆ, ਪਰ ਚੱਲਣਾ ਫੇਰ ਵੀ ਉਹਨਾਂ ਰਾਹਾਂ ਉੱਤੇ ਜਿਹੜੀਆਂ ਰਾਜ ਸਥਾਪਿਤ ਤਾਂ ਕਰਵਾ ਸਕਦੀਆਂ, ਪਰ ਸੱਭਿਅਤਾ ਪੂਰੀ ਤਬਾਹ ਹੋਣੀ ਹੈ। ਪਹਿਲਾ ਪ੍ਰਭਾਵ ਤਾਂ ਬਾਕੀ ਤਹਿਜ਼ੀਬਾਂ ਅੱਗੇ ਸਾਡੀ ਹਸਤੀ ਨਿਗੂਣੀ ਹੋ ਜਾਣੀ ਹੈ। ਇਹਨਾਂ ਦੇ ਕਹਿਣ ਸੁਣਨ ਨਾਲ ਸਭ ਕੁਝ ਮਾਣਮੱਤਾ ਨਹੀਂ ਹੋ ਜਾਂਦਾ। ਸਮਾਜ ਵਿੱਚ ਜਿਉਣ ਲੱਗੇ ਪਤਾ ਲੱਗਦਾ, ਜਦੋਂ ਮਸਲਾ ਹੀ ਤਰਤੀਬ ਤੋੜ ਚੁੱਕਾ ਫਿਰ ਕਿਉਂ ਜ਼ਬਰਨ ਪੈਰ ਘੜੀਸ ਕੇ ਤੁਰਨਾ। ਨੂਰ ਜਿਹੜੇ ਨਿਜ਼ਾਮ ਵਿੱਚ ਬੈਠੀ, ਉੱਥੇ ਇਸਲਾਮ ਦੀ ਛਾਂ ਹੇਠ ਬੈਠੇ ਲੋਕ ਪੰਜਾਬੀ ਨੇ। ਉਹਨਾਂ ਦਰਮਿਆਨ ਗੱਲ ਦਾ ਮਾਮਲਾ ਬਹੁਤ ਸੌਖਾ ਹੈ, ਪਰ ਇੱਥੇ ਸਨਾਤਨ ਤਹਿਜ਼ੀਬ ਨਾਲ ਬੇਵਜ੍ਹਾ ਟਕਰਾਅ ਕਰਕੇ ਪਖੰਡ ਨੂੰ ਆਪਣੀ ਦਹਲੀਜ਼ ਦਾ ਸ਼ਿੰਗਾਰ ਬਣਾ ਕੇ ਸਭ ਕੁਝ ਖੇਰੂ ਕਰ ਲਿਆ। ਜੂਝਣ ਵਾਸਤੇ ਇੱਕ ਕਾਇਦਾ ਹੁੰਦਾ, ਕਾਇਦੇ ਵਾਸਤੇ ਨਿਸ਼ਾਨਾ ਵੀ ਲੋਕਾਂ ਅੱਗੇ ਰੱਖਣਾ ਹੁੰਦਾ। ਇੱਥੇ ਸਾਡੇ ਵੱਸ ਕੁਝ ਵੀ ਨਹੀਂ। ਜਿੰਨੇ ਮੂਰਖ ਜੱਟਾਂ ਦੇ ਵਿਗੜੇ ਪੁੱਤ ਨੇ, ਉਦੋਂ ਵੱਧ ਸਾਡੇ ਮਹਾਨ ਸਾਹਿਤਕਾਰ ਨੇ। ਉਹਨਾਂ ਕੋਲੋਂ ਚਰਨਪ੍ਰੀਤ ਦੀ ਲਿਖੀ ਕਿਤਾਬ ਦੀ ਹਾਲੇ ਲਕੀਰਾਂ ਦੀ ਸੂਹ ਵੀ ਨਹੀਂ ਸਮਝ ਆਈ। ਇੱਧਰ ਅੰਮ੍ਰਿਤਵੀਰ ਕੌਰ ਨੂੰ ਦਲਦਲ 'ਚੋਂ ਤਕਰੀਬਨ ਅਸੀਂ ਬਚਾ ਲਿਆ ਹੈ। ਇਹ ਕਾਇਦਿਆਂ ਦੀ ਜੰਗ ਵਿੱਚ ਇੰਨੇ ਖੱਪ ਚੁੱਕੇ ਨੇ, ਇਹਨਾਂ ਨੂੰ ਸਮਾਜ ਦੇ ਦੁੱਖ ਆਪਣੀ ਕਵਿਤਾ ਕਹਾਣੀ ਦਾ ਨਵਾਂ ਮਜ਼ਮੂਨ ਤੇ ਵਾਹ ਖੱਟਣ ਦਾ ਕੱਚਾ ਮਾਲ ਲੱਗਦੇ ਆ। ਡੰਡ ਪਾਈ ਫਿਰਦੇ ਨੇ, ਹਾਏ ਸਮਾਜ ਉੱਜੜ ਗਿਆ, ਹਾਏ ਲੀਡਰਸ਼ਿਪ ਮਾੜੀ। ਜਿੰਨਾ ਅਧਿਐਨ ਬਾਹਰਲੇ ਵਿਦਵਾਨਾਂ ਦਾ ਇਹਨਾਂ ਕਰ ਲਿਆ, ਕਿ ਇਹਨਾਂ ਕੋਲੋਂ ਆਪਣੀ ਬੁੱਧੀ ਨਾਲ ਇੱਕ ਰਾਜਨੀਤਿਕ ਵਿਚਾਰਧਾਰਾ ਵੀ ਵਿਕਸਿਤ ਨਹੀਂ ਕਰ ਹੋਈ। ਜਾਂ ਇਹਨਾਂ ਖੱਬੇ ਪੱਖੀਆਂ ਦਾ ਮਾਰਕਸ ਆਪਣੇ ਮੁਲਕ ਵਾਸਤੇ ਅਰਸਤੂ ਲੱਭਣ ਗਿਆ ਸੀਗਾ। ਦੁਨੀਆ ਨੂੰ ਜਾਣਨਾ ਜ਼ਰੂਰੀ ਹੁੰਦਾ ਹੈ ਮੰਥਨ ਕਰਨ ਲਈ। ਬਾਬੇ ਨਾਨਕ ਨੂੰ ਇਕੱਲਾ ਅਧਿਆਤਮ ਦਾ ਅਵਤਾਰ ਦੱਸ ਕੇ ਜੇ ਸਿੱਖ ਆਪਣੀ ਬੇੜੀ ਕੁਹਾੜਾ ਮਾਰ ਚੁੱਕੇ ਨੇ, ਦੂਰ ਹੋ ਕੇ ਲੰਘਣਾ। ਨੇੜੇ ਆਉਣ ਜੋਗੀ ਹਿੰਮਤ ਇਹਨਾਂ ਦੇ ਆਗੂਆਂ ਨੇ ਦਿੱਤੀ ਉਹ ਕੋਈ ਨਹੀਂ। ਉੱਥੇ ਲਾਠੀਆਂ ਖਾਂਦੇ ਨੇ ਜਿੱਥੇ ਮੁੱਦਾ ਛੋਟਾ ਤੇ ਮਸਾਲਾ ਵੱਡਾ ਹੋਵੇ।
ਇਹ ਤਾਂ ਹੁਣ ਟੁੱਕੜ ਬੋਚ ਵੀ ਨਹੀਂ ਰਹੇ, ਸਿਰਫ ਆਪਣੇ ਨਾਮ ਉੱਚੇ ਕਰਨ ਜੋਗੀ ਹਸਰਤ ਰਹਿ ਗਈ ਹੈ। ਜਿਹੜਾ ਸਮਾਜ ਆਪਣੀ ਹਾਲਤ ਉੱਤੇ ਆਪ ਤਰਸ ਨਹੀਂ ਕਰਦਾ, ਉਹਨਾਂ ਦੇ ਸਿਰੋਂ ਜਿੰਨ, ਅਲੇਹੇ, ਭੂਤ ਤੇ ਅਧਿਆਤਮ ਕਦੇ ਵੀ ਨਹੀਂ ਲੈਣੇ। ਕੁਲਵੀਰ ਕਹਿਣ ਲੱਗਾ, ਆਹੋ, ਅਧਿਆਤਮਵਾਦੀ ਤਾਂ ਸੋਚਦੇ ਹੋਣੇ ਆ ਵੀ ਤੂੰ ਬੜਾ ਵੱਡਾ ਪਾਪੀ ਹੈ, ਤਦੇ ਇੰਨਾ ਦੁੱਖ ਕੱਟਿਆ। ਇੰਦਰਪਾਲ ਸਿੰਘ ਕਹਿਣ ਲੱਗਾ, ਮੇਰੇ ਮਰਨ ਤੋਂ ਬਾਅਦ ਆਹ ਗੱਲ ਕਦੇ ਨਾ ਆਖੀ ਕੁਲਵੀਰ ਸਿਆਂ, ਮੈਂ ਦੁੱਖ ਜਮਾ ਹੀ ਨਹੀਂ ਕੱਟਿਆ। ਮੈਂ ਸਾਰੀ ਉਮਰ ਇਸ ਡਰ ਕਰਕੇ ਕੱਟੀ ਹੈ ਕਿ ਜੇ ਕਿਤੇ ਮੈਨੂੰ ਅਸੂਲ ਤੋੜ ਕੇ ਜਿਉਣਾ ਪੈ ਗਿਆ ਕੀ ਕਰਾਂਗਾ। ਬਾਬਾ ਮਿਹਰਬਾਨ ਹੈ, ਹਾਲੇ ਤੱਕ ਜੋ ਕੁਝ ਵੀ ਹੋਇਆ, ਜੋ ਬੀਤਿਆ, ਜੋ ਮੈਂ ਕਬੂਲਿਆ, ਜੋ ਮੈਂ ਚਾਹਿਆ, ਬਸ ਇੱਕ ਕਦਮ ਹੋਰ ਰਹਿ ਗਿਆ ਜਿਹਨੂੰ ਪੂਰਾ ਕਰਨ ਆ ਰਿਹਾ ਅੱਜ ਮੈਂ। ਕੁਲਵੀਰ ਨੂੰ ਇੱਕਦਮ ਕੁਝ ਯਾਦ ਆਇਆ। ਹਾਂ ਸੱਚ, ਅਸਲ 'ਚ ਅੱਜ ਗੁਰਮੀਤ ਦਾ ਸੁਨੇਹਾ ਆਇਆ ਸੀ। ਕਾਫੀ ਪਰੇਸ਼ਾਨ ਸੀ ਤੇਰੇ ਵੱਲੋਂ। ਸ਼ਾਇਦ ਧਰਮਾ ਤਾਇਆ 2 ਦਿਨਾਂ ਤੱਕ ਪੰਜਾਬ ਆ ਰਿਹਾ ਹੈ। ਤੂੰ ਵੀ ਖਿਆਲ ਰੱਖ, ਐਵੇਂ ਕਿਤੇ ਘਿਰ ਨਾ ਜਾਈਂ। ਆਖਰ ਤੈਨੂੰ ਤਾਂ ਪਤਾ ਹੀ ਹੈ, ਤੇਰਾ ਰਹਿੰਦਾ ਰਿਆਇਆ ਵਿੱਚ ਹੈ, ਪਰ ਹੈਗਾ ਤੂੰ ਸਾਡਾ ਹਾਕਮ ਹੈ। ਇੰਦਰਪਾਲ ਸਿੰਘ ਕਹਿਣ ਲੱਗਾ, ਚੰਗਾ ਫਿਰ ਜੇਲਰਾ, ਆਪਣੇ ਹਾਕਮ ਦਾ ਕਿਹਾ ਚੇਤੇ ਰੱਖ। ਹੁਣ ਫਿਕਰ ਸਿਰਫ ਪਾਣੀ, ਬਾਣੀ ਤੇ ਬੋਲੀ ਦੀ ਕਰਨੀ ਹੈ। ਵਸਣਾ, ਉੱਜੜਨਾ ਇਹ ਸਾਡੀ ਫਿਕਰ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ। ਪਰ ਹਾਂ, ਆਪਣੇ ਦੁਸ਼ਮਣਾਂ ਦੇ ਚੁਣੇ ਹੋਏ ਮੈਦਾਨ 'ਚ ਹਥਿਆਰ ਸੁੱਟ ਕੇ ਆਵੀਂ, ਗਿਆਨ ਨਹੀਂ। ਫਿਲਹਾਲ ਇੱਕੋ ਕੰਮ ਕਰ, ਗੁਰਮੀਤ ਭੈਣ ਨੂੰ ਤੇ ਉਹਦੇ ਮਾਂ-ਪਿਓ ਨੂੰ ਛੇਤੀ ਤੋਂ ਛੇਤੀ ਇੱਥੋਂ ਬਾਹਰ ਭੇਜਣ ਦਾ ਪ੍ਰਬੰਧ ਕਰਵਾ। ਬਾਕੀ ਮੈਂ ਜਾਣਾ ਤੇ ਮੇਰਾ ਖੁੰਡਾ। ਪਰ ਸਾਊ, ਉਹ ਵੀ ਡਾਡੀ ਤੇਰੀ ਪੈਰ ਛੱਡਣ ਵਾਲੀ ਹੈ ਨਹੀਂ, ਕਿਵੇਂ ਮੰਨੇਗੀ? ਇੰਦਰਪਾਲ ਫਿਰ ਜਵਾਬ ਦਿੰਦਾ ਹੈ, ਕੱਲ੍ਹ ਦੁਪਹਿਰ ਨੂੰ ਉਹਦੇ ਕਾਗਜ਼ਾਤ ਇਸ ਮੇਜ਼ ਉੱਤੇ ਪਏ ਹੋਣਗੇ। ਤੂੰ ਬਸ ਆਪਦਾ ਕੰਮ ਨਿਭਾ ਪੂਰਾ। ਦਫਾ ਕਰ ਦੁਨੀਆ ਦੀ ਬੇਈਮਾਨੀ ਨੂੰ। ਕਬਰਾਂ 'ਚ ਦੁਨੀਆ ਨੇ ਨਹੀਂ ਨਾਲ ਪੈਣਾ ਸਾਡੇ, ਜਾਵਾਂਗੇ ਫਖਰ ਨਾਲ ਇਕੱਲੇ ਹੀ। ਜਾਂਦੇ ਜਾਂਦੇ ਕੁਲਵੀਰ ਸਿੰਘ ਨੂੰ ਉਹਦੇ ਤੁਰੇ ਜਾਂਦੇ ਗੁਣਗੁਣਾਉਣ ਦੀ ਆਵਾਜ਼ ਆਉਂਦੀ ਹੈ। ਖਿੱਚਦੀ ਡੰਗੋਰੀ ਬਾਬਾ ਚੰਦਨ ਦੇ ਵਿਹੜੇ ਖਿੜਦੇ, ਖਿੱਚਦੀ ਡੰਗੋਰੀ ਬਾਬਾ ਚੰਦਨ ਦੇ ਵਿਹੜੇ ਖਿੜਦੇ, ਪਾਣੀ ਧਰਤੀ 'ਚੋਂ ਮੁੱਕਦਾ, ਸੁੱਕੇ ਖੂਹ ਗੇੜੇ ਗਿੜਦੇ, ਗੇੜੇ ਵਿੱਚ ਨਿਕਲਣ ਰੇਤੇ, ਮਾਰੂ ਥਲਘੋਰ 'ਚ ਬਾਬਾ, ਗੇੜੇ ਵਿੱਚ ਨਿਕਲਣ ਰੇਤੇ, ਮਾਰੂ ਥਲਘੋਰ 'ਚ ਬਾਬਾ, ਪਰ ਹਾਲੇ ਸਬਰ ਬਥੇਰਾ, ਦਿਸਦਾ ਏ ਤੋਰ 'ਚ ਬਾਬਾ। ਬੇੜੀ ਦੇ ਸੰਗਲ ਖੜਕੇ, ਮੱਚਦੇ ਹੋਏ ਸ਼ੋਰ 'ਚ ਬਾਬਾ, ਖੁਸ਼ਰੰਗਾ ਬਾਗੀ ਨੱਚਦਾ, ਮਸਤੀ ਦੀ ਲੋਰ 'ਚ ਬਾਬਾ। ਜ਼ਹਿਰੀਲੇ ਮੌਸਮ ਉੱਠੇ, ਬੱਦਲਾਂ ਵਿੱਚ ਅੰਮ੍ਰਿਤ ਸੁੱਕੇ, ਪਰ ਹਾਲੇ ਸਬਰ ਬਥੇਰਾ, ਦਿਸਦਾ ਏ ਤੋਰ 'ਚ ਬਾਬਾ। ਖੁੱਲੇ ਅੰਬਰਾਂ 'ਚੋਂ ਡਿੱਗੀਆਂ ਚਿਣਗਾਂ ਤੇ ਕਣੀਆਂ ਵੇ, ਨਾਗਾਂ ਖੁਦ ਸੁੱਟ ਵਗਾਈਆਂ, ਤਾਜ਼ਾਂ 'ਚੋਂ ਮਣੀਆਂ ਵੇ। ਲੋਕੀ ਕੋਹਿਨੂਰ ਭਾਲਦੇ, ਮੜੀਆਂ ਤੇ ਗੋਰ 'ਚ ਬਾਬਾ, ਪਰ ਹਾਲੇ ਸਬਰ ਬਥੇਰਾ, ਦਿਸਦਾ ਏ ਤੋਰ 'ਚ ਬਾਬਾ। ਪੀੜੀ ਦੇ ਪਾਵੇ ਟੁੱਟ ਗਏ, ਬੇੜੀ ਵਿੱਚ ਛੇਕ ਹੋ ਗਏ, ਡਾਡੇ ਬਘਿਆੜਾਂ ਅੱਗੇ, ਹਾਏ ਮੱਥੇ ਕਿਉਂ ਟੇਕ ਹੋ ਗਏ। ਅੱਖਾਂ ਦੀ ਜੋਤ ਬੁਝਾ ਦੇ, ਉਂਗਲਾਂ ਦੀ ਪੋਰ 'ਚ ਬਾਬਾ, ਪਰ ਹਾਲੇ ਸਬਰ ਬਥੇਰਾ, ਦਿਸਦਾ ਏ ਤੋਰ 'ਚ ਬਾਬਾ। ਨੂਰਾਂ ਦੇ ਲੇਖੇ ਲਿਖਣੇ, ਨੇਰੇ ਦੇ ਕਿੱਸਿਆਂ ਵਾਂਗੂ, ਹਾਸੇ ਰੋਸੇ ਵੀ ਵੰਡਣੇ, ਅੱਖਰਾਂ 'ਚ ਹਿੱਸਿਆਂ ਵਾਂਗੂ। ਕੁੱਜੇ ਵਿੱਚ ਸਿਫਰ ਲੁਕਾਏ, ਰੌਲੇ ਲਾਹੌਰ 'ਚ ਬਾਬਾ, ਪਰ ਹਾਲੇ ਸਬਰ ਬਥੇਰਾ, ਦਿਸਦਾ ਏ ਤੋਰ 'ਚ ਬਾਬਾ। ਸਵਾਉਣ ਨੂੰ ਖਿਆਲ ਤੇ ਖੁਆਬ ਘੱਟ ਪੈਣਗੇ। ਉੱਚੀ ਆਵਾਜ਼ ਵਿੱਚ ਪਾਲੀ ਦਾ ਨਾਦ ਵਿਹੜੇ 'ਚ ਗੂੰਜਦਾ ਗਿਆ ਸੜਕ ਤੱਕ। ਸਵਾਉਣ ਨੂੰ ਖਿਆਲ ਤੇ ਖੁਆਬ ਘੱਟ ਪੈਣਗੇ, ਜੇ ਲੇਖੇ ਮੂਰੇ ਆਏ ਤਾਂ ਹਿਸਾਬ ਘੱਟ ਪੈਣਗੇ। ਗੱਲ ਤਾਂ ਹਲੀਮੀਆਂ ਦੇ ਨਾਲ ਅਸੀਂ ਜਿੱਤਣੀ, ਜੇ ਆਕੜ ਕੇ ਪੁੱਛੇਗਾ ਤਾਂ ਜਵਾਬ ਘੱਟ ਪੈਣਗੇ। ਸਬਰਾਂ ਦੇ ਨਾਲ ਸਦਾ ਚੱਲੀਦਾ ਏ ਸੋਹਣਿਆ, ਸਿਦਕ ਚੁਬਾਰਿਆਂ ਨੂੰ ਮੱਲੀਦਾ ਏ ਸੋਹਣਿਆ। ਆਖਰਾਂ ਨੂੰ ਫੁੱਲਾਂ ਦੀ ਬਗੀਚੀਆਂ ਨੇ ਹਾਰਨਾ, ਕੰਡਿਆਂ ਦੇ ਸਾਹਵੇਂ ਫੇਰ ਗੁਲਾਬ ਘੱਟ ਪੈਣਗੇ। ਲੱਕੜਾਂ ਦੇ ਢੇਰ ਨਹੀਂਓ ਸਿਵਿਆਂ 'ਚੋਂ ਲੱਭਣੇ, ਕਾਫਰਾਂ ਨੇ ਮੁਰਦੇ ਨਹੀਂ ਕਬਰਾਂ 'ਚ ਦੱਬਣੇ। ਮੁੱਲ ਦੇ ਚੰਡਾਲ ਨਹੀਂਓ ਸ਼ਹਿਰ ਤੇਰੇ ਵਿਕਦੇ, ਕਿ ਮੰਡੀ ਵਿੱਚ ਸੜਦੇ ਕਬਾਬ ਘੱਟ ਪੈਣਗੇ। ਕੱਚ ਦੇ ਪਹਾੜੇ ਨਹੀਂਓ ਪੜੀ ਦੇ ਮਸੀਤ ਵਿੱਚ, ਸੱਚ ਵਾਲੇ ਹਾੜੇ ਨਹੀਂਓ ਹੜੀ ਦੇ ਮਸੀਤ ਵਿੱਚ। ਕਾਫਰਾਂ ਦੇ ਮੂੰਹੋਂ ਨਾ ਨਮਾਜ਼ ਸੋਹਣੀ ਲੱਗਦੀ, ਤੂੰ ਪੜੇ ਜੇ ਕੁਰਾਨ ਮਹਿਤਾਬ ਘੱਟ ਪੈਣਗੇ। ਵੇਲਾ ਤੇਰੀ ਜ਼ਿੰਦਗੀ ਦਾ ਲੰਘੀ ਜਾਂਦਾ ਭੱਜ ਕੇ,
ਵੇ ਖੁਸ਼ੀਆਂ ਦੇ ਦੂਤ ਤੈਥੋਂ ਸੰਗੀ ਜਾਂਦੇ ਰੱਜ ਕੇ। ਜੇ ਖੁਸ਼ੀਆਂ ਦਾ ਪਲ ਪਲ ਸੂਹੇ ਰੰਗਾ ਫੱਬਦਾ, ਤਾਂ ਦੁੱਖਾਂ ਵਿੱਚ ਡੁੱਲਦੇ ਤੇਜ਼ਾਬ ਘੱਟ ਪੈਣਗੇ। ਸ਼ਾਇਰੀ ਮੌਸੀਕੀਆਂ ਦੇ ਆਲਮ ਬੇਸ਼ੁਮਾਰ ਨੇ। ਸ਼ਾਇਰੀ ਮੌਸੀਕੀਆਂ ਦੇ ਆਲਮ ਬੇਸ਼ੁਮਾਰ ਨੇ। ਜਾਣਦਾ ਮੈਂ ਹੱਦੋਂ ਵੱਧ ਕਾਮਲ ਫਨਕਾਰ ਨੇ। ਸਿਫਰ ਨਵੀਸ ਤਾਂ ਗਿਣਤੀ 'ਚ ਆਉਣਾ ਨਹੀਂ। ਗੁਲਾਬੀ ਤਾਰੇ ਸਦਾ ਹੀ ਜਨਾਬ ਘੱਟ ਪੈਣਗੇ। ਸਵੇਰ ਦਾ ਵੇਲਾ ਸੀ। ਬੋਲਾਂਪੁਰ ਦਾ ਸਰਪੰਚ ਸਾਜਰੇ ਹੀ ਸੁਰਜੀਤ ਸਿੰਘ ਦੇ ਘਰ ਆਣ ਬੈਠਾ। ਥਾਣੇ ਤੋਂ ਇਤਲਾਹ ਹੋਈ ਕਿ ਦਮਨਜੀਤ ਸਿੰਘ ਵੀ ਜੇਲ੍ਹ ਤੋਂ ਬਾਹਰ ਆ ਗਿਆ, ਜਿਸ ਕਰਕੇ ਸਲਾਹ ਕਰਨ ਆਇਆ ਸੀ ਕਿ ਅੱਗੇ ਕਿਵੇਂ ਕਰਨੀ ਹੈ। ਸੁਰਜੀਤ ਕਹਿਣ ਲੱਗਾ, ਆਹ ਖਬਰ ਵੇਖੀ? ਸਰਕਾਰ ਨੇ ਕਾਲਜਾਂ ਦੇ ਇਲੈਕਸ਼ਨ ਕਰਵਾਉਣ ਦੀ ਵੀ ਇਜਾਜ਼ਤ ਦੇ ਦਿੱਤੀ। ਮਤਲਬ ਹੁਣ ਕਮਬਖਤ ਆਪਣੇ ਕੰਡਿਆਂ ਨੂੰ ਕਾਲਜ ਦੇ ਇਲੈਕਸ਼ਨਾਂ ਦੇ ਆਮ ਵਰਤਾਰੇ ਵਿੱਚ ਕੰਡੇਗੀ। ਤੇ ਸਰਕਾਰ ਯਾਨੀ ਰਾਣੀ ਗੁਲਨਾਜ਼ ਕੌਰ ਤੇ ਉਹਦਾ ਛਟਾਂਕ ਜਿਹਾ ਪੁੱਤਰ। ਸਰਪੰਚ ਸੁਰਜੀਤ ਸਿੰਘ ਦੇ ਨਾਲ ਇਖਤਲਾਫ ਰੱਖਦਾ ਹੋਇਆ ਕਹਿਣ ਲੱਗਾ, ਸੁਰਜੀਤ ਸਿੰਘ ਜੀ, ਅਸਲ 'ਚ ਬਾਬੇ ਗੁਰਚਰਨ ਸਿੰਘ ਦੀ ਨੀਤੀ ਬੜੀ ਤਿੱਖੀ ਸੀ। ਮੈਂ ਆਪਣੀ ਅੱਖੀਂ ਉਹ ਜ਼ਿੱਦ ਕਹਾਣੀ ਵਾਂਗ ਵੇਖੀ ਸੀ। ਕਿਵੇਂ ਜੋਗੀ ਵਰਗੇ ਫਨੀਅਰ ਸੱਪ ਨੂੰ ਉਹਨੇ ਆਪਣੇ ਮੂਹਰੇ ਖੰਘਣ ਨਹੀਂ ਸੀ ਦਿੱਤਾ। ਜਦੋਂ ਧਰਮੇ ਦੇ ਦੁਬਾਰਾ ਜੇਲ੍ਹ ਜਾਣ ਮਗਰੋਂ ਸਰਦਾਰ ਗੁਰਚਰਨ ਸਿੰਘ ਸਣੇ ਪਰਿਵਾਰ ਇੱਥੇ ਆਇਆ ਸੀ, ਤਾਂ ਜੋਗੀ ਨੂੰ ਬਾਹਲੀ ਤਕਲੀਫ ਹੋਈ ਸੀ, ਕਿਉਂਕਿ ਤਰਸੇਮ ਤੋਂ ਮਿਲਦੀ ਖੈਰ ਬੰਦ ਹੋਣੀ ਸੀ। ਜੋਗੀ ਦੇ ਖੇਤਾਂ ਦੁਆਲੇ ਲੰਮੀ ਪਾਲ ਲੱਗੀ ਹੋਈ ਸੀ ਗੰਨੇ ਦੀ। 25 ਕਿੱਲੇ ਖੇਤਾਂ ਵਿੱਚੋਂ ਇਕੱਲੇ 20 ਕਿੱਲੇ ਵਿੱਚ ਪਾਲੀ ਤੇ ਬਾਬਾ ਗੁਰਚਰਨਾ ਕਮਾਦ ਬੀਜੀ ਫਿਰਦੇ ਸੀ। ਰਹਿੰਦੀ 5 ਕਿੱਲਿਆਂ ਦੀ ਧਰਤੀ ਸਬਜ਼ੀਆਂ ਨਾਲ ਭਰੀ ਸੀ। ਜੋਗੀ ਆਪਣੀ 15 ਕਿੱਲੇ ਜ਼ਮੀਨ 'ਚ ਸਾਰੀ ਧਰਤੀ ਝੋਨੇ ਨਾਲ ਲੱਦ ਕੇ ਬੈਠਾ ਸੀ। ਜਦੋਂ ਝੋਨੇ ਨੂੰ ਵੱਢਣ ਦਾ ਵੇਲਾ ਆਇਆ ਤਾਂ ਇੱਕ ਦਿਨ ਤੁਰੇ ਜਾਂਦੇ ਬਾਬੇ ਨੂੰ ਕਹਿਣ ਲੱਗਾ, ਸੁਣ ਬਈ ਜੱਟਾ ਮਾਝੇ ਦੇ ਆ, ਤੈਨੂੰ ਮਲਵਈਆਂ ਦੀ ਡਾਕਰ ਜ਼ਮੀਨਾਂ ਦਾ ਭਾਅ ਹੀ ਕੋਈ ਨਹੀਂ। ਆਹ ਦੁਆਬੀਆਂ ਵਾਲੀ ਕਮਾਦ ਕਿਹੜਾ ਮੁੱਲ ਵੱਟਣਾ ਸੋਹਣਿਆ। ਦੇਖ, ਸਲਾਹ ਦੇ ਰਿਹਾ ਬਿਨਾਂ ਮੰਗੀ, ਪਰ ਹੈਗੀ ਬੜੇ ਕੰਮ ਦੀ। ਤੂੰ ਆਇਆ ਆਨੰਦਪੁਰ ਨਵਾਂ, ਇੱਥੇ ਜ਼ਮੀਂਦਾਰੀਆਂ ਨੂੰ ਬੰਦਾ ਬਿੰਦ ਝੱਟ ਨਹੀਂ ਲਾਉਂਦਾ ਚਾਰ ਚੰਨ ਲਾਉਣ ਨੂੰ। ਨਾਲੇ ਤੈਂ ਆਪਦੇ ਜਵਾਕ ਪੜ੍ਹਾਉਣੇ ਨਹੀਂ, ਕਿੰਨਾ ਚਿਰ ਢਿੱਡ ਕੱਟ ਕੇ ਗੁਜ਼ਾਰਾ ਕਰ ਲੇਗਾ। ਸੁੱਖ ਜ਼ਮੀਨ ਮਿਲੀ ਤੈਨੂੰ ਹੀਰਿਆਂ ਦੀ ਖਾਣ। ਮੇਰੀ ਗੱਲ ਮੰਨ ਲੈ, ਧਰਮੇ ਨੇ ਵੀ ਤੇਰੇ ਵਾਲੀ ਜਿੱਦ ਫੜ ਕੇ ਬਥੇਰਾ ਸਮਾਂ ਕੱਢ ਲਿਆ। ਚਲੋ ਮੰਨਿਆ ਕਿ ਉਹਦਾ ਫਾਰਮੂਲਾ ਸੈੱਟ ਬਹਿ ਗਿਆ ਬਹੁਤ ਵਰੇ, ਪਰ ਭੋਲਿਆ ਗੁਣੀਆਂ ਹਰ ਇੱਕ ਦਾ ਸਿੱਧਾ ਨਹੀਂ ਜੇ ਪੈਂਦਾ। ਬਾਕੀ ਤੂੰ ਆਪ ਸਿਆਣਾ। ਗੁਰਚਰਨ ਸਿੰਘ ਆਰਾਮ ਨਾਲ ਸੁਣੀ ਗਿਆ ਸੀ। ਉਹਦੇ ਕੋਲ ਖੜੇ ਪਾਲੀ ਨੂੰ ਚੁੱਪਚਾਪ ਇਸ਼ਾਰਾ ਕੀਤਾ। ਫਿਰ 2 ਪਲ ਖੜੋ ਕੇ ਕਹਿਣ ਲੱਗਾ, ਵੇਖ ਜੋਗੀਆ, ਜਿਹੜੇ ਧਰਮੇ ਦੀ ਮੇਰੇ ਨਾਲ ਵਹੀ ਮੇਚਦਾ ਪਿਆ, ਉਹ ਗੁਣੀਆਂ ਸਾਡੇ ਇਕੱਠਿਆਂ ਦੇ ਮੇਚੇ ਦਾ ਏ। ਜਿਹੜੀਆਂ ਫਸਲਾਂ ਨੇ ਪੰਜਾਬ ਦੀ ਮਿੱਟੀ ਤੇ ਧਰਤੀ ਹੇਠਲੇ ਪਾਣੀ ਨੂੰ ਚੂਸ ਕੇ ਗੰਧਲਾ ਕਰ ਛੱਡਿਆ ਏ, ਉਹਦਾ ਹੱਲ ਹਕੂਮਤਾਂ ਦੀ ਜੇਬ ਵਿੱਚ ਨਹੀਂ ਪਿਆ। ਜੱਟਾਂ ਦੇ ਹੱਥ ਲੁਕਾਈ ਹੀ ਨਹੀਂ, ਕੁਦਰਤ ਵੀ ਖੇਡਦੀ ਏ। ਨਬੇੜਾ ਏ। ਜੋਗੀ ਚੁੱਪ ਕਰਕੇ ਅੱਗੇ ਤੁਰਨ ਲੱਗਿਆ ਤੇ ਮਗਰੋਂ ਫਿਰ ਆਵਾਜ਼ ਆਉਂਦੀ ਏ, ਆਖਰੀ ਜਵਾਬ ਵੀ ਲੈਂਦਾ ਜਾ ਬੱਲਿਆ। ਜਿਹੜੇ ਭਵਿੱਖ ਦੀ ਗੱਲ ਕਰਦਾ, 2 ਪੈਰ ਘੱਟ ਨੇ ਉਹ, ਪਰ ਪੁਲਾਂਘਾਂ ਤੇਰੀ 10 ਛਾਲਾਂ ਤੋਂ ਵੀ ਅਗਾਂਹ ਦੀਆਂ ਨੇ, ਯਾਦ ਰੱਖੀ। ਸੂਰਜ ਦੀ ਡੁੱਬਦੀ ਲਾਲੀ ਸਿਆਹ ਹੋ ਚੱਲੀ ਸੀ। ਕੰਬਲੀਆਂ ਦੀ ਬੁੱਕਲ 'ਚ ਵੱਧਦੇ ਪਿਓ ਪੁੱਤਰ ਕਿਸੇ ਨਵੇਂ ਦਿਨ ਨੂੰ ਚੜ੍ਹਾਉਣ ਦੀ ਤਿਆਰੀਆਂ ਕਰਦੇ ਜਾ ਪਏ ਸਨ। ਸਵੇਰ ਤਾਂ ਖਬਰੇ ਆਈ ਨਹੀਂ, ਪਰ ਇੱਕ ਇੱਕ ਕਰਕੇ ਸਾਰੇ ਤੁਰ ਗਏ ਤੇ ਪਾਲੀ ਰਹਿ ਗਿਆ ਇਕੱਲਾ। ਗੁਰਮੀਤ ਨੂੰ ਉਸ ਵੇਲੇ ਫੋਨ ਆਉਂਦਾ। ਇੰਦਰਪਾਲ ਦਾ ਫੋਨ ਸੀ। ਵੀਰੇ, ਕਿੱਥੇ ਹੋ ਇਸ ਵਕਤ ਤੁਸੀਂ? ਮੈਂ ਇੱਥੇ ਹੀ ਆ ਬੀਬੀ ਰਾਣੀਏ, ਫਿਕਰ ਨਾ ਕਰ ਤੂੰ। ਚੰਗਾ, ਮੇਰੀ ਗੱਲ ਸੁਣ ਇੱਕ ਗੌਰ ਨਾਲ। ਗੁਰਮੀਤ ਉਹਦੀ ਗੱਲ ਸੁਣਦੀ ਅੱਖਾਂ 'ਚੋਂ ਅਥਰੂ ਭਰ ਲੈਂਦੀ ਹੈ। ਫਿਰ ਕਿੰਨੀ ਦੇਰ ਸੁਣਦੀ ਰਹੀ, ਹੁੰਗਾਰੇ ਭਰਦੀ ਰਹੀ। ਅਖੀਰ ਵਿੱਚ ਲੰਬਾ ਸਾਹ ਭਰ ਕੇ ਸ਼ਾਂਤ ਚਿੱਤ ਹੋ ਕੇ ਕਹਿਣ ਲੱਗੀ, ਵੀਰੇ ਇੱਕ ਗੱਲ ਦਾ ਜਵਾਬ ਦੇ ਜਾ, ਫਿਰ ਤੇਰੀ ਹਰ ਗੱਲ ਮੰਨ ਲਾਂਗੀ। ਆਹ ਜੋ ਕੁਝ ਵੀ ਤੂੰ ਹੁਣ ਬੋਲਿਆ ਹੈ, ਮੇਰੀ ਥਾਵੇਂ ਜੇ ਅੱਜ ਇੰਦਾ ਪ੍ਰੀਤੀ ਜਿਉਂਦੇ ਹੁੰਦੇ, ਉਹਨਾਂ ਨੂੰ ਵੀ ਅੱਜ ਐਵੇਂ ਖੁਦ ਤੋਂ ਦੂਰ ਭੇਜਦਾ। ਇੰਦਰਪਾਲ ਦੀ ਆਵਾਜ਼ ਆਈ, ਬੀਬੀ ਨਹੀਂ ਬੀਬੀ, ਤੂੰ ਪ੍ਰੀਤੀ ਐ ਜਾਂ ਗੁਰਮੀਤ ਐ ਜਾਂ ਨਿੰਮੀ, ਮੈਨੂੰ ਤਿੰਨੋਂ ਇੱਕੋ ਜਿਹੀਆਂ। ਆਹ ਝੱਲੀਆਂ ਵਾਲੀਆਂ ਗੱਲ ਮੁੜ ਨਾ ਸੋਚੀ। ਤਾਇਆ ਜੀ ਨੂੰ ਮੈਂ ਹੁਣੇ ਰੋਕ ਦਿੱਤਾ ਪੰਜਾਬ ਆਉਣੋਂ। ਸਾਰੀ ਜ਼ਿੰਦਗੀ ਕੱਟ ਲਈ ਪਿਓ ਧੀ ਨੂੰ ਸਲਾਮਤ ਨੇੜੇ ਕਰਦਿਆਂ,
ਇੱਥੇ ਲਹੂ ਮੂੰਹ ਲੱਗੇ ਕੁੱਤਿਆਂ ਵਿੱਚ ਨਹੀਂ ਮੁੜ ਘਿਰਨ ਦੇਣਾ। ਸਾਂਭਦੇ ਰਹਿਣ ਮੁਲਕ ਇੱਥੋਂ ਦੇ ਜਰਵਾਣੇ। ਜੇ ਦਰਦਮੰਦਾਂ ਦੀ ਸਾਰ ਨਹੀਂ ਇਹਨਾਂ ਨੂੰ, ਤਾਂ ਸਾਨੂੰ ਵੀ ਇੱਥੋਂ ਨਿਰਮੋਹੇ ਹੋ ਕੇ ਨਿਕਲਣਾ ਪੈਣਾ। ਚੱਲ ਹੁਣ ਸਮਾਂ ਥੋੜ੍ਹਾ ਹੈ, ਕੰਮ ਛੇਤੀ ਛੇਤੀ ਨਿਬੇੜਨੇ ਨੇ, ਸੁਣ ਗਿਆ? ਧੰਨੇ ਤੇ ਉਹਦੀ ਮਾਂ ਦੇ ਨਿਸ਼ਾਨੇ ਉੱਤੇ ਤੂੰ ਤੇ ਮੈਂ ਸਭ ਤੋਂ ਮੋਹਰੀ ਹਾਂ। ਤੂੰ ਪਰਿਵਾਰ ਸਣੇ ਤਿਆਰੀ ਕਰ, ਬਾਕੀ ਮੈਂ ਸੰਭਾਲਦਾ। ਚੰਗਾ ਵੀਰੇ, ਖਿਆਲ ਰੱਖੀ ਆਪਣਾ ਵੀ, ਖਬਰਸਾਰ ਦਿੰਦਾ ਰਹੀਂ, ਸਾਰੇ ਫਿਕਰ ਕਰਦੇ ਤੇਰੀ। ਚੰਗਾ, ਗੁਰਫਤਿਹ। ਸੁਰਜੀਤ ਸਿੰਘ ਕਹਿਣ ਲੱਗੇ, ਕੀ ਕਹਿੰਦਾ ਪਾਲੀ, ਕਿੱਧਰ ਗਿਆ ਹੋਇਆ? ਗੁਰਮੀਤ ਸਾਰੀ ਗੱਲ ਦੱਸਦੀ ਹੈ ਤਾਂ ਸੁਰਜੀਤ ਦੇ ਨਾਲ ਕਮਲਜੀਤ ਵੀ ਹਿਰਕ ਕੇ ਕਹਿੰਦੀ ਹੈ, ਉਹ ਕੌਣ ਹੁੰਦਾ ਇਹ ਫੈਸਲਾ ਕਰਨ ਵਾਲਾ ਕਿ ਅਸੀਂ ਪੰਜਾਬ ਰਹਿਣਾ ਹੈ ਜਾਂ ਭਗੌੜੇ ਹੋਣਾ? ਗੁਰਮੀਤ ਵੀ ਹੁਣ ਰੁੱਖ ਬਦਲ ਕੇ ਕਹਿੰਦੀ, ਕਿਹੜੇ ਭਗੌੜੇ ਅੰਮੀਏ, ਕਿਹੜੀ ਕਚਹਿਰੀ ਤੁਹਾਨੂੰ ਇੱਥੇ ਸੱਦ ਕੇ ਬੈਠੀ ਹੈ? ਕਮਲਜੀਤ ਕਹਿੰਦੀ, ਕਚਹਿਰੀ ਲੁਕਾਈ ਵੀ ਹੁੰਦੀ ਹੈ ਗੁਰਮੀਤ, ਐਨੇ ਲੋਕ ਸਾਡੇ ਆਸਵੰਦ ਨੇ, ਉਹਨਾਂ ਦੇ ਹੱਕ ਦੀ ਆਵਾਜ਼ ਕੌਣ ਚੱਕੇਗਾ? ਅੰਮੀਏ, ਲੋਕਾਂ ਦੀ ਗਿਣਤੀ ਇੰਨੀ ਨਹੀਂ ਹੈ ਜੋ ਸਾਡੀ ਆਸ ਰੱਖਦੇ ਹੋਣ। ਨਾਲੇ ਜਿਨ੍ਹਾਂ ਆਸ ਰੱਖਣੀ ਵੀ ਹੋਵੇ ਉਹ ਤਵੱਕੋ ਵੀ ਰੱਖ ਲੈਂਦੇ ਨੇ ਲਕੀਰ ਟੱਪਣ ਦੀ। ਸਾਡੇ ਵਾਸਤੇ ਗੱਲ ਮੁਕੰਮਲ ਹੋ ਚੁੱਕੀ ਹੈ, ਲੀਡਰਸ਼ਿਪ ਦੇ ਵਿੱਚ ਜਾ ਆਏ ਹਾਂ। ਕਚਹਿਰੀਆਂ ਦੀ ਨਲਾਇਕੀ ਬਾਪੂ ਜੀ ਨੂੰ ਵੀ ਪਤਾ, ਮੈਂ ਵੀ ਹੰਢਾ ਚੁੱਕੀ ਹਾਂ। ਮਰਨ ਨਾਲ ਬਹੁਤੀ ਸੇਵਾ ਨਹੀਂ ਹੋ ਜਾਣੀ। ਇੱਥੋਂ ਨਿਕਲਣ ਨਾਲ ਇੱਥੇ ਜਿਹੜੇ ਜਾਗੇ ਹੋਏ ਲੋਕ ਨੇ ਉਹ ਉਲਝਣ ਦੀ ਬਜਾਏ ਬਚ ਜਾਣਗੇ, ਵਰਨਾ ਜਿਹੜਾ ਵੀ ਸਾਡਾ ਨਾਮ ਲਏਗਾ ਉਹਨੂੰ ਸਾਡੇ ਵਰਗਾ ਸਲੂਕ ਸਹਿਣਾ ਪਿਆ ਕਰਨਾ, ਉਹ ਵੀ ਸਾਡੇ ਹਿੱਸੇ ਦਾ। ਇਸ ਲਈ ਜਿੱਦ ਛੱਡੋ, ਮੈਂ ਪ੍ਰਬੰਧ ਕਰਦੀ ਹਾਂ। ਸੁਰਜੀਤ ਸਿੰਘ ਕਹਿਣ ਲੱਗੇ, ਧੀਏ, ਹਜੇ ਇੰਨਾ ਵੀ ਵੇਲਾ ਅਖੀਰ ਉੱਤੇ ਨਹੀਂ ਆਇਆ ਜਿੰਨਾ ਤੂੰ ਇੱਕਦਮ ਬਦਲੀ ਹੈ। ਮੈਨੂੰ ਪਤਾ ਉਸ ਬਹਿਰੂਪੀਏ ਪਾਲੀ ਨੇ ਆਪਣੀ ਸ਼ਾਤਰ ਚਾਲ ਦੇ ਨਾਲ ਤੈਨੂੰ ਚੰਗੀ ਤਰ੍ਹਾਂ ਬਦਲ ਦਿੱਤਾ, ਪਰ ਮੈਂ ਹਜੇ ਇੱਦਾਂ ਨਹੀਂ ਹੋਣ ਦੇਣਾ। ਉਹ ਇਕੱਲਾ ਰਹਿ ਜਾਣਾ ਤੇ ਉਹ ਇਕੱਲਾ ਰਹਿ ਜਾਣਾ ਚਾਹੁੰਦਾ ਹੈ ਇਸ ਸਾਰੀ ਦਲਦਲ 'ਚ। ਤੇਰੇ ਇੰਨੀ ਗੱਲ ਸਮਝ ਨਹੀਂ ਆਉਂਦੀ? ਉਹਨੂੰ ਕਹਿ ਜੇ ਅਸੀਂ ਜਾਣਾ ਹੈ ਤਾਂ ਉਹ ਵੀ ਨਾਲ ਚੱਲੇ, ਫੇਰ ਮੈਂ ਚੱਲਦਾ ਬਿਨਾਂ ਕੋਈ ਉੱਜਰ ਕੀਤਿਆਂ। ਮੈਂ ਪਹਿਲੋਂ ਚੱਲੀ ਹਾਂ ਤੁਹਾਡੇ ਲਈ, ਉਹਨੂੰ ਵੀ ਮਨਾ ਲਵਾਂਗੇ। ਪਹਿਲੋਂ ਤੁਹਾਡੇ ਦੋਵਾਂ ਦਾ ਬਚਣਾ ਜ਼ਰੂਰੀ ਹੈ, ਹਾਲੇ ਜਿੱਦਾਂ ਕਰਨ ਦਾ ਵੇਲਾ ਹੈ ਨਹੀਂ। ਨਾਲੇ ਪਾਲੀ ਆਪਣੇ ਧਰਮੇ ਤਾਏ ਨੂੰ ਉੱਥੇ ਰੋਕਣ ਵਿੱਚ ਕਾਮਯਾਬ ਹੋ ਗਿਆ, ਤੁਹਾਡੇ ਕੋਲੋਂ ਉਹ ਨਹੀਂ ਸੰਭਲਣਾ। ਇਹ ਗੱਲ ਮੰਨ ਕੇ ਚੱਲਿਆ ਕਰੋ। ਕਮਲਜੀਤ ਕਹਿਣ ਲੱਗੀ, ਧੀਏ, ਬਾਹਰ ਜਾਣਾ ਹੱਲ ਹੈ ਨਹੀਂ। ਇਹ ਗੱਲ ਤੂੰ ਸਮਝਦੀ ਕਿਉਂ ਨਹੀਂ ਹੈ? ਇੰਨੇ ਔਖੇ ਸਮੇਂ ਇੱਥੇ ਕੱਟ ਲਏ, ਹੁਣ ਇੰਨੇ ਲੋਕ ਜੁੜ ਚੁੱਕੇ ਨੇ, ਉਹਨਾਂ ਨਾਲ ਖੜਨਾ ਜ਼ਰੂਰੀ ਹੈ ਕਿ ਬਾਹਰ ਨਿਕਲਣਾ। ਜੇ ਤੈਨੂੰ ਡਰ ਲੱਗਦਾ ਤਾਂ ਤੂੰ ਬੇਸ਼ੱਕ ਚਲੀ ਜਾ, ਅਸੀਂ ਇੱਥੇ ਹੀ ਰਹਿਣਾ, ਸਭ ਕੁਝ ਪਿਆ ਇੱਥੇ, ਆਪਣਿਆਂ ਦੇ ਨਾਲ ਧੋਖਾ ਨਹੀਂ ਕਰੀਦਾ। ਅੰਮੀਏ, ਹੋਸ਼ ਵਿੱਚ ਆਓ, ਆ ਜਾਓ ਹੋਸ਼ ਵਿੱਚ, ਕੁਝ ਵੀ ਬਾਕੀ ਨਹੀਂ ਜੇ ਬਚਿਆ, ਸਭ ਕੁਝ ਖਤਮ ਹੋ ਗਿਆ। ਤੁਹਾਡਾ ਸਾਥ ਦੇਣ ਵਾਲੇ ਸਿਰਫ ਪਾਲੀ ਦੇ ਬਾਪੂ ਜੀ ਤੇ ਪਾਲੀ ਦਾ ਧਰਮਾ ਤਾਇਆ ਸੀ। ਉਦੋਂ ਇਲਾਵਾ ਕੱਲੇ ਸ਼ਖਸ ਦੀ ਹੋਂਦ ਕਿਸੇ ਗਰਜ ਤੋਂ ਲੈ ਕੇ ਦੁਸ਼ਮਣੀ ਤੱਕ ਨਿਭਦੀ ਪਈ ਹੈ। ਕਿਹਨਾਂ ਲੋਕਾਂ ਦੇ ਸਾਥ ਦੀ ਗੱਲ ਕਰਦੇ, ਜਿਹੜੇ ਬਸ ਲਾਲਾ ਕਰਕੇ ਸਿਆਸੀ ਜੰਗ ਛੇੜਨੀ। ਜੇ ਇੰਨਾ ਹੇਜ਼ ਅੰਦਰ ਜਾਗਦਾ, ਹੁਣ ਨੂੰ ਲੀਡਰਸ਼ਿਪ ਨਾ ਖੜਦੀ। ਰੈਲੀ ਵਿੱਚ ਇਹਨਾਂ ਨੂੰ ਵਹਿਮ ਸੀ ਕਿ ਖਬਰੇ ਤੁਸੀਂ ਕਿਹੜੇ ਐਲਾਨ ਕਰ ਦੇਣੇ ਆ ਜੰਗ ਵਿੱਢਣ ਦੇ। ਹੁਣ ਆਵਾਜ਼ ਮਾਰ ਕੇ ਵੇਖੋਗਾ ਕਿੰਨੇ ਕੁ ਆਉਂਦੇ ਤੁਹਾਡੇ ਨਾਲ। ਪਾਲੀ ਦੀ ਗੱਲਾਂ ਨਾਲ ਇੱਕ ਗੱਲ ਨਹੀਂ ਸਮਝੇ ਕਿ ਉਹ ਹੋਰ ਵੀ ਕੁਝ ਸੋਚ ਰਿਹਾ ਹੈ ਬਜਾਏ ਇਹਨਾਂ ਪੱਕੀਆਂ ਪਕਾਈਆਂ ਗੱਲਾਂ ਦੇ। ਬਾਪੂ ਜੀ ਨੂੰ ਵੀ ਸਮਝਾਓ ਕਿ ਉਹਨਾਂ ਦੀ ਧੀ ਪੱਲੇ ਵੀ ਹੁਣ ਕੁਝ ਨਹੀਂ ਹੈ, ਕੁਝ ਵੀ ਨਹੀਂ। ਲੱਗੀ ਸਮਝ? ਦਿੱਲੀ ਵਿੱਚ ਆਡੀਟੋਰੀਅਮ ਦੀ ਇੱਕ ਕਹਾਣੀ ਬਿਆਨ ਹੋਣ ਲੱਗੀ ਹੈ। ਤਸਵੀਰਾਂ ਦੀ ਨਿਲਾਮੀ ਹੋ ਰਹੀ ਹੈ। ਪਰਮਜੀਤ ਕੌਰ ਆਡੀਟੋਰੀਅਮ ਵਿੱਚ ਆਪਣੀਆਂ ਬਣਾਈਆਂ ਤਸਵੀਰਾਂ ਦੀ ਨਿਲਾਮੀ ਕਰਵਾ ਰਹੀ ਸੀ। ਰੁੱਖੇ ਜਿਹੇ ਨੇ ਰਾਹ ਮਾਰੂ ਥਲਦੇ, ਸੁੱਕੇ ਪਏ ਨੇ ਸਾਹ ਮਾਰੂ ਥਲਦੇ, ਸਾਰੀ ਉਮਰ ਨਾ ਸਿਫਰ ਲੱਭੇ ਸੀ, ਹਨੇਰੇ ਹੋਏ ਅਗਾਹ ਮਾਰੂ ਥਲਦੇ। ਹਨੇਰਿਆਂ ਚੋਂ ਅਗਾਹ ਹੋ ਕੇ ਬੋਲੀ ਲੱਗ ਰਹੀ ਹੈ। ਤਸਵੀਰਾਂ ਦੀ ਮੌਲਿਕ ਕੀਮਤ 8 ਤੋਂ 10 ਲੱਖ ਰੁਪਏ ਸੀ, ਪਰ 2.5 ਲੱਖ ਤੋਂ ਸ਼ੁਰੂ ਹੋਈ ਬੋਲੀ ਹਜੇ ਤੱਕ 5 ਲੱਖ ਨਹੀਂ ਸੀ ਅੱਪੜੀ। ਪਰਮਜੀਤ ਆਪਣੇ ਨਸੀਬ ਦਾ ਲੇਖਾ ਕੀਮਤਾਂ ਵਿੱਚ ਟਕੇ ਦਰ ਟਕੇ ਵੱਧਦੀ ਵੇਖ ਅੱਖਾਂ ਨਮ ਹੋਈਆਂ ਉਡੀਕ ਰਹੀਆਂ ਸੀ। ਆਖਰੀ ਬੋਲੀ ਕਿੱਥੇ ਰੁਕਦੀ ਹੈ? ਅਚਾਨਕ ਪਿੱਛੋਂ ਆਵਾਜ਼ ਆਉਂਦੀ ਹੈ, 11 ਲੱਖ ਰੁਪਏ। ਪਰਤ ਕੇ ਅਣਕਿਆਸੀ ਖੁਸ਼ੀ ਨਾਲ ਦੇਖਿਆ ਤਾਂ ਉਹਦੀ ਖੁਸ਼ੀ ਬਿਲਕੁਲ ਕਫੂਰ ਹੋ ਗਈ।
ਅਮਨਪ੍ਰੀਤ ਸਿੰਘ ਆਪਣੀ ਪਤਨੀ ਮਨਿੰਦਰ ਕੌਰ ਨਾਲ ਆਡੀਟੋਰੀਅਮ ਵਿੱਚ ਦਾਖਲ ਹੋ ਰਿਹਾ ਸੀ ਇਹਨਾਂ ਤਸਵੀਰਾਂ ਨੂੰ ਖਰੀਦਣ। ਪਰਮਜੀਤ ਇੱਕਦਮ ਉੱਚੀ ਆਵਾਜ਼ ਵਿੱਚ ਰੁਕਣ ਨੂੰ ਕਹਿੰਦਾ, ਅਮਨ, ਕੁਝ ਥਾਵਾਂ ਮੇਰੇ ਨਿੱਜੀ ਖੇਤਰ ਦੀਆਂ ਨੇ, ਤੂੰ ਇੱਥੋਂ ਦੂਰ ਹੀ ਰਹਿ ਤਾਂ ਚੰਗਾ। ਅਮਨਪ੍ਰੀਤ ਕਹਿਣ ਲੱਗਾ, ਮੈਂ ਇੱਕ ਪਬਲਿਕ ਆਕਸ਼ਨ ਵਿੱਚ ਆਇਆ, ਕਲਾਕ੍ਰਿਤੀ ਦਾ ਮੁੱਲ ਹੈ, ਤੇਰਾ ਨਹੀਂ। ਤੂੰ ਇੱਥੇ ਇਤਰਾਜ਼ ਕਰਨ ਦੇ ਕੋਈ ਹੱਕ ਨਹੀਂ ਰੱਖਦੀ। ਪਰਮਜੀਤ ਕਹਿਣ ਲੱਗੀ, ਕਲਾਕ੍ਰਿਤੀ ਦਾ ਮੁੱਲ? ਨਿਲਾਮ ਹੋਣ ਵਾਲੀ ਹਰ ਚੀਜ਼ ਹਰ ਸ਼ਖਸ ਲਾਇਕ ਨਹੀਂ ਹੁੰਦੀ। ਨਾਲੇ ਤੁਹਾਨੂੰ ਕਦੋਂ ਇਹਨਾਂ ਚੀਜ਼ਾਂ ਦੀ ਕਦਰ ਜਾਗੀ ਭਾਈ? ਪੱਥਰਾਂ ਨੂੰ ਤਸਵੀਰਾਂ ਦੇ ਭਾਅ ਕਦੇ ਸਮਝ ਆਉਣ ਲੱਗੇ? ਇਹ ਕਿੱਦਾਂ ਵਾਪਰਿਆ? ਅਮਨਪ੍ਰੀਤ ਕਹਿੰਦਾ, ਮੈਂ 11 ਲੱਖ ਕੀਮਤ ਰੱਖ ਦਿੱਤੀ ਹੈ। ਇਜਾਜ਼ਤ ਮੈਨੂੰ ਨਿਲਾਮੀ ਵਾਲਿਆਂ ਵੱਲੋਂ ਮਿਲੀ ਹੋਈ ਹੈ। ਇਸ ਲਈ ਹੁਣ ਤੂੰ ਦੁਆ ਕਰ ਕਿ ਕੋਈ ਸੂਰਮਾ ਐਦੋਂ ਵੱਧ ਬੋਲੀ ਲਗਾਵੇ ਤੇ ਲੈ ਜਾਵੇ। ਪਰਮਜੀਤ ਬੇਵੱਸ ਨਿਗਾਹਾਂ ਨਾਲ ਪ੍ਰਬੰਧਕਾਂ ਵੱਲ ਤੇ ਫਿਰ ਮਨਿੰਦਰ ਕੌਰ ਵੱਲ ਵੇਖਦੀ ਰਹੀ। ਆਡੀਟੋਰੀਅਮ 'ਚ ਬੈਠੇ ਸਾਰੇ ਲੋਕਾਂ ਵੱਲ ਨਿਗਾਹ ਮਾਰੀ। ਬੋਲੀ ਚੱਲੀ, 11 ਲੱਖ 1, 11 ਲੱਖ 2। ਕੁਲਵੀਰ ਸਿੰਘ ਦੀ ਆਵਾਜ਼ ਆਈ ਪਿੱਛੋਂ, 25 ਲੱਖ। ਅਮਨਪ੍ਰੀਤ ਹੈਰਾਨਕੁਨ ਹੋਇਆ ਵੇਖਣ ਲੱਗਾ। ਪਰਮਜੀਤ ਦੇ ਨੈਣਾਂ ਵਿੱਚੋਂ ਪਾਣੀ ਵਗਦਾ ਰੁਕੇ ਨਾ। ਅਰਦਾਸ ਵਿੱਚ ਅੱਖਾਂ ਮੀਚ ਲਈਆਂ ਕਿ ਕਾਸ਼ ਅਮਨ ਇੱਥੇ ਹੀ ਰੁਕ ਜਾਵੇ। 25 ਲੱਖ 1, 25 ਲੱਖ 2, 25 ਲੱਖ 3। ਆਡੀਟੋਰੀਅਮ ਵਿੱਚ ਕਾਲੇ ਖੇਸ ਵਿੱਚ ਇੱਕ ਸ਼ਖਸ ਕੁਲਵੀਰ ਸਿੰਘ ਦੇ ਨਾਲ ਤੁਰਿਆ ਆਉਂਦਾ ਹੈ। ਕੁਲਵੀਰ ਸਿੰਘ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰਦਾ ਹੈ ਤੇ ਉਹ ਤਸਵੀਰਾਂ ਇਕੱਤਰ ਕਰਵਾਉਂਦਾ ਹੋਇਆ ਵਾਪਸ ਪਰਤਿਆ। ਪਰਮਜੀਤ ਦੇ ਸਿਰ ਤੇ ਹੱਥ ਰੱਖ ਕੇ ਬੋਲਿਆ, ਤੇਰੀ ਤਸਵੀਰਾਂ ਜਮਾਂ ਹੀ ਇੰਦੇ ਦੀ ਵਾਹੀਆਂ ਤਸਵੀਰਾਂ ਵਰਗੀਆਂ ਨੇ। ਅੱਖਾਂ ਖੋਲ ਬੀਬੀ ਰਾਣੀਏ, ਵੇਖ ਤੇਰੀ ਚੀਜ਼ਾਂ ਤੇਰੇ ਘਰ ਮੁੜ ਆਈਆਂ। ਅੱਜ ਇੰਦੇ ਦੀ ਵਾਹੀ ਲਕੀਰਾਂ ਉੱਤੇ ਰੰਗ ਸੋਹਣਾ ਭਰ ਹੀ ਦਿੱਤਾ ਤੂੰ। ਜਿਉਂਦੀ ਰਹਿ। ਰੱਬ ਤੈਨੂੰ ਮੇਰੀ ਉਮਰ, ਜਜ਼ਬਾ, ਮੰਜ਼ਲਾਂ ਦੀ ਰਾਹਦਾਰੀ ਬਖਸ਼ੇ। ਪਰਮਜੀਤ ਦੀ ਅੱਖਾਂ ਅੱਜ ਅਜੀਬ ਹਨੇਰਾ ਵੇਖ ਰਹੀਆਂ ਸੀ, ਜਿਹਦੇ 'ਚ ਨਮੀ ਵੀ ਸੀ, ਖੇੜਾ ਵੀ ਸੀ, ਰੌਸ਼ਨੀ ਵੀ ਸੀ, ਹੌਸਲਾ ਵੀ ਸੀ। ਸਾਹਮਣੇ ਖੜਾ ਸੀ ਇੰਦਰਪਾਲ ਸਿੰਘ। ਆਡੀਟੋਰੀਅਮ ਤੋਂ ਬਾਹਰ ਨਿਕਲਣ ਵੇਲੇ ਸਭ ਇੰਦਰਪਾਲ ਸਿੰਘ ਵੱਲ ਦੇਖ ਰਹੇ ਸੀ। ਪੱਤਰਕਾਰਾਂ ਨੇ ਆਣ ਘੇਰਿਆ। ਪੱਤਰਕਾਰ ਸਵਾਲ ਕਰਦੇ ਨੇ, ਤੁਸੀਂ ਇੱਕ ਕੈਦੀ ਹੋਣ ਦੇ ਬਾਵਜੂਦ ਇੰਨੀ ਰਕਮ ਕਿੱਥੋਂ ਜੋੜ ਕੇ ਲਿਆਏ? ਇੰਦਰਪਾਲ ਸਿੰਘ ਕਹਿਣ ਲੱਗਾ, ਤੁਹਾਡੇ ਕੋਲ ਇਸ ਸਵਾਲ ਦੇ ਅਖਤਿਆਰ ਨੇ। ਪੱਤਰਕਾਰ, ਜਨਾਬ, ਅਸੀਂ ਲੋਕਤੰਤਰ ਦੇ ਚੌਥਾ ਥੰਮ ਮੰਨੇ ਜਾਂਦੇ ਹਾਂ। ਸਾਡਾ ਕੰਮ ਲੋਕਾਂ ਦੇ ਸਾਹਮਣੇ ਸਾਫ਼ ਸੱਚਾਈਆਂ ਰੱਖਣਾ ਹੈ। ਨਿਲਾਮੀ ਦੀ ਸ਼ਰਤਾਂ ਵਿੱਚ ਇਹ ਕਿੱਥੇ ਲਿਖਿਆ ਸੀ ਕਿ ਕੋਈ ਦੇਸ਼ ਦਰੋਹੀ ਇਸ ਦੀ ਬੋਲੀ ਵਿੱਚ ਸ਼ਾਮਲ ਹੋਏਗਾ? ਮਨਿੰਦਰ ਕੌਰ ਵਿੱਚੋਂ ਟੁੱਕ ਕੇ ਬੋਲੀ, ਮਾਫ਼ ਕਰਨਾ, ਕੀ ਮੈਂ ਜਾਣ ਸਕਦੀ ਹਾਂ ਤੁਹਾਡੀ ਇਸ ਜਾਣਕਾਰੀ ਦਾ ਸਰੋਤ ਕੀ ਹੈ? ਕਿਹੜਾ ਦੇਸ਼ ਦਰੋਹ ਦਾ ਮੁਕੱਦਮਾ ਸੀ ਤੇ ਕਦੋਂ ਤੋਂ ਕਦੋਂ ਤੱਕ ਆਇਦ ਹੋਇਆ ਸੀ? ਪੱਤਰਕਾਰ, ਮੈਡਮ ਆਪ ਜੀ ਕੌਣ? ਮਨਿੰਦਰ ਕਹਿਣ ਲੱਗੀ, ਮੈਂ ਸੀਨੀਅਰ ਐਡਵੋਕੇਟ ਸਰਦਾਰ ਸਰੂਪ ਸਿੰਘ ਜੀ ਦੀ ਧੀ ਐਡਵੋਕੇਟ ਮਨਿੰਦਰ ਕੌਰ ਹਾਂ। ਤੁਹਾਡੀ ਜਾਣਕਾਰੀ 'ਚ ਵਾਧਾ ਕਰ ਦੇਵਾਂ, ਲੋਕਤੰਤਰ ਦੇ ਚੌਥੇ ਥੰਮ ਵੱਲੋਂ ਤੁਹਾਡੇ ਵੱਲੋਂ ਘੋਸ਼ਿਤ ਕੀਤੇ ਦੇਸ਼ ਦਰੋਹੀ ਖਿਲਾਫ ਮੁਕੱਦਮਾ ਅਸੀਂ ਹੀ ਲੜਦੇ ਆਏ ਹਾਂ ਤੇ ਦੇਸ਼ ਦਰੋਹ ਦੀ ਧਾਰਾ ਇਸ ਸ਼ਖਸ ਉੱਤੇ ਲਾਗੂ ਨਹੀਂ ਸੀ ਹੋਈ। ਲੋਕਤੰਤਰ ਦੇ ਪਹਿਲੇ 3 ਥੰਮਾਂ ਵਿੱਚ ਨਿਆਂਪਾਲਿਕਾ ਵੀ ਆਉਂਦੀ ਹੈ। ਆਪਣੀ ਟਿੱਪਣੀ ਤੋਂ ਪਹਿਲਾਂ ਜ਼ਰਾ ਆਪਣੀ ਜਾਣਕਾਰੀ ਦਰੁਸਤ ਕਰਨੀ ਸਿੱਖ ਲਵੋ। ਅਗਲੀ ਗੱਲ, ਕਾਇਦੇ ਮੁਤਾਬਕ ਇਹ ਸਵਾਲ ਤੁਸੀਂ ਆਕਸ਼ਨ ਕਰਵਾਉਣ ਵਾਲਿਆਂ ਤੋਂ ਪੁੱਛੋ, ਸਾਨੂੰ ਨਹੀਂ। ਅਗਲੀ ਵਾਰੀ ਆਪਣੇ ਆਪ ਨੂੰ ਲੋਕਤੰਤਰ ਦੇ ਸਰਬਾਲੇ ਸਮਝਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਇਸ ਗੱਲ ਦਾ ਜਵਾਬ ਜ਼ਰੂਰ ਦੇ ਦੇਣਾ ਕਿ ਪੰਜਾਬ ਪੰਚਾਇਤੀ ਰਾਜ ਐਕਟ ਦੀ ਜੰਗ ਵਿੱਚ ਗੁਰਚਰਨ ਸਿੰਘ ਦੀ ਮੌਤ ਨੂੰ ਕਿਸ ਆਧਾਰ ਤੇ, ਕਿਸ ਸਬੂਤ ਜਾਂ ਕਿਸ ਗਵਾਹ ਦੇ ਬਿਨਾਂ ਉੱਤੇ ਅਪਰਾਧੀ ਘੋਸ਼ਿਤ ਕਰ ਦਿੱਤਾ ਸੀ ਤੇ ਉਹ ਮੀਡੀਆ ਜਿਸ ਨੇ ਇਹ ਕਾਰਾ ਕੀਤਾ ਉਹ ਕਿਸ ਕਟਹਿਰੇ ਵਿੱਚ ਖੜਾ ਹੋਏਗਾ? ਜਵਾਬ ਚਾਹੀਦਾ ਸਾਰੀ ਜਨਤਾ ਨੂੰ। ਸਾਡਾ ਰਸਤਾ ਛੱਡੋ ਹੁਣ। ਪਰਮਜੀਤ ਦਾ ਗੁੱਟ ਫੜ ਕੇ ਮਨਿੰਦਰ ਦੇ ਨਾਲ ਚੱਲਣ ਦਾ ਇਸ਼ਾਰਾ ਕੀਤਾ। ਭੀੜ ਵਿੱਚੋਂ ਦੋਵੇਂ ਪਾਲੀ ਤੇ ਅਮਨਪ੍ਰੀਤ ਨਾਲੋਂ ਅੱਗੇ ਨਿਕਲੀਆਂ। ਬਾਕੀ ਸਭ ਇਸ ਨਵੇਂ ਕਾਫਲੇ ਵਾਲਿਆਂ ਨੂੰ ਵੇਖਦੇ ਰਹਿ ਗਏ। ਖਬਰਾਂ ਸਰਗਰਮ ਮਾਹੌਲ ਵਿੱਚ ਨਵੇਂ ਪਾਸੇ ਤੁਰ ਪਈਆਂ। ਸਾਰੇ ਪਾਸੇ ਮੁੱਦਾ ਗਰਮ ਸੀ ਕਿ ਇੰਦਰਪਾਲ ਸਿੰਘ ਇੰਨੀ ਮਹਿੰਗੀ ਕਲਾਕ੍ਰਿਤੀਆਂ ਕਿਵੇਂ ਖਰੀਦ ਗਿਆ। ਅੰਮ੍ਰਿਤਸਰ ਵਿੱਚ ਗੁਲਨਾਜ਼ ਕੌਰ ਨੂੰ ਇਹ ਦ੍ਰਿਸ਼ ਬਿਲਕੁਲ ਵੀ ਰਾਸ ਨਾ ਆਏ।
ਬੱਬੂ ਵੇ ਬੱਬੂ। ਦਮਨਜੀਤ ਸਿੰਘ ਮਾਂ ਦੀ ਆਵਾਜ਼ ਸੁਣ ਕੇ ਆ ਗਿਆ ਕੋਲ। ਕੀ ਗੱਲ ਹੋਈ ਅੰਮੀਏ, ਕਾਹ ਤੋਂ ਕਲਪੇ ਪਏ ਜੇ? ਉਹ ਵੇਖ ਖਬਰਾਂ ਵੇਖ, ਹੋਰ ਕੁਝ ਸੁਣਨਾ? ਦਮਨਜੀਤ ਕਹਿਣ ਲੱਗਾ, ਇਹਦਾ ਵੀ ਆਖਰੀ ਕੰਡਾ ਨਿਕਲਿਆ ਹੀ ਸਮਝੋ। ਨਿੰਮਾ ਕਿਸੇ ਵੀ ਥਾਵੇਂ ਟੱਕਰ ਸਕਦਾ ਇਹਨੂੰ। ਗੁਰਨਾਜ਼ ਕੌਰ ਕਹਿਣ ਲੱਗੀ, ਬੱਬੂ ਮੈਂ ਕੁਝ ਨਹੀਂ ਜਾਣਦੀ, ਮੈਨੂੰ ਇਹਦੇ ਮਰੇ ਦੀ ਖਬਰ ਚਾਹੀਦੀ ਹੈ ਹਰ ਹਾਲ, ਭਾਵੇਂ ਨਿੰਮਾ ਕਰੇ ਤੇ ਭਾਵੇਂ ਤੂੰ, ਜਾਂ ਬੇਸ਼ੱਕ ਮੈਂ ਅੱਗੇ ਹੋਵਾਂ। ਬੇਫਿਕਰ ਰਹਿ ਅੰਮੀਏ, ਕੱਲ ਦਾ ਦਿਨ ਇਹਦਾ ਅਖੀਰਲਾ ਦਿਨ ਹੋਊ। ਚੱਲਦਾ ਮੈਂ ਹੁਣ। ਗੁਰਨਾਜ਼ ਕੌਰ ਬਿਲਕੁਲ ਅਸ਼ਾਂਤ ਸੀ। ਉਹਨੂੰ ਗੁੱਸੇ ਤੇ ਰੋਹ ਵਿੱਚ ਇੰਨਾ ਵੀ ਖੌਫ ਨਾ ਆਇਆ ਕਿ ਬਾਜ਼ੀਆਂ ਹਰ ਮੇਚ ਉੱਤੇ ਇੱਕੋ ਪਾਸੇ ਨਹੀਂ ਡਿੱਗਦੀਆਂ। ਆਥਣ ਨੂੰ ਬੇਚੈਨ ਹੋਈ ਸੀ। ਕਿਸੇ ਸੰਗੀਤ ਦੀ ਮਹਿਫਿਲ ਵਿੱਚ ਇੱਕ ਗੀਤ ਸੁਣਨ ਨੂੰ ਮਿਲਦੇ ਨੇ ਤੇ ਉਹਦਾ ਧਿਆਨ ਖਿੱਚਿਆ ਗਿਆ। ਇਹ ਜੰਨਤ ਦੇ ਸੁਪਨੇ, ਉਹ ਮੁਕਤੀ ਦੇ ਵਾਅਦੇ, ਕਿ ਜ਼ੁਬਾਨਾਂ ਤਰਾਸ਼ੀ ਭਰੀ ਜੁਗਤੀ ਦੇ ਵਾਅਦੇ, ਜੋ ਕਫਨ ਨਾ ਸੀਵੇ ਦਸ ਭਲਾ ਕਾਹਦਾ ਜੀਵੇ, ਜਿਹੜਾ ਸੂਦ ਖੋਰੀ ਲਈ ਵਿਆਜ ਵਧਾਵੇ, ਹੈ ਲਾਣਤ ਜੋ ਘਰ ਵਿੱਚ ਕਰਦੇ ਸਿਆਸਤ, ਧੋਖੇ ਦੇ ਜ਼ਮਾਨੇ ਨੂੰ ਧੀ ਪੁੱਤਰ ਮਰਵਾਵੇ। ਗੂੰਜਣ ਨਾ ਉਹਦੇ ਵੈਣਾ ਦੇ ਰੌਲੇ ਬੂਹੇ ਪਾਰ, ਭਾਵੇਂ ਗਾਹੇ ਜ਼ਮਾਨਾ ਚਾਹੇ ਰਾਣੀ ਸਦਵਾਵੇ। ਵਫਾਦਾਰੀ ਇਮਾਨਾਂ ਦੇ ਵਾਂਗਰ ਹੈ ਚੱਲਦੀ, ਦੁਨੀਆਦਾਰੀ ਤੂਫਾਨਾਂ ਸਾਵੇਂ ਨਾ ਰਲਦੀ। ਇਸ ਆਖਰ ਤੋਂ ਆਗਾਜ਼ਾਂ ਵਾਲੇ ਤੋਹਫੇ ਅੰਦਰ, ਕੌਣ ਕਿਹਨੂੰ ਸਮਝੇ ਤੇ ਕਿਹੜਾ ਸਮਝਾਵੇ। ਨਾ ਹਾਕਮ ਨੂੰ ਸਮਝੇ ਨਹੀਂ ਸਾਂਭੀ ਕੋਈ ਸਲਾਹ, ਸਾਡੀ ਬੇੜੀ ਵੀ ਕੱਚੀ ਤੇ ਬੜੇ ਮਾੜੇ ਨੇ ਮਲਾ। ਕੌਣ ਕੀਮਤ ਮੰਗੇ ਕਿਹਨੂੰ ਅਦਬ ਪਰਵਾਹ, ਬਸ ਡੁੱਬਦੇ ਹੋਏ ਸਾਗਰ ਵਿੱਚ ਸ਼ੋਰ ਮਚਾਵੇ। ਅੱਜ ਚੇਤੇ ਕਿਉਂ ਆਵਣ ਉਹ ਤਲੀਮ ਗਾਹਾਂ, ਜਿੱਥੇ ਇਲਮ ਮੁਹੱਬਤ 'ਚ ਭਰੀਆਂ ਸੀ ਰਾਹਾਂ। ਮਸਾਂ ਦੀਨ ਵੀ ਸੰਭਲੇ ਤੇ ਇਲਮ ਨਾ ਵਸੇ, ਹਾੜਾ ਦੱਸ ਦਵੋ ਪਾੜਾ ਹੋਰ ਕੀ ਪੜਾਵੇ। ਜਾਂ ਜਜ਼ਬੇ ਨੇ ਜ਼ਹਿਰੀ ਜਾਂ ਹਨ ਬਦ ਅਸੀਸਾਂ, ਇਹ ਦੌਰ ਹੰਢਾ ਲਏ ਜਾਂ ਗਏ ਸਿਫਰ ਨਵੀਸਾਂ। ਮੁਕੱਦਰ ਨੂੰ ਮੁੱਕਦੇ ਜਾਣੇ ਸਜ਼ਾਵਾਂ ਦੇ ਫਤਵੇ, ਮੁਕੱਦਰ ਤੋਂ ਮੁੱਕਦੇ ਜਾਣੇ ਸਜ਼ਾਵਾਂ ਦੇ ਫਤਵੇ, ਜਾਂ ਰਹਿਮਤ ਦੀ ਭੀਖਾਂ ਵਿੱਚ ਰਚਣ ਛਲਾਵੇ। ਅਣਜਾਣ ਆਵਾਜ਼ ਆਈ, ਰਾਣੀ ਪਾਲੀ ਤੇਰਾ ਕੀ ਲੈ ਕੇ ਗਿਆ ਹੈ? ਤੂੰ ਉਹਨੂੰ ਜਿਉਂਦਾ ਵੇਖ ਕਿਉਂ ਨਹੀਂ ਸਹਿੰਦੀ? ਗੁਰਨਾਜ਼ ਕੌਰ ਹੜਬੜਾ ਕੇ ਬੋਲੀ, ਮੈਂ ਉਹਦੀ ਦੁਸ਼ਮਣ ਨਹੀਂ, ਮੈਂ ਉਹਦੀ ਬਿਲਕੁਲ ਵੀ ਦੁਸ਼ਮਣ ਨਹੀਂ, ਬਲਕਿ ਉਹਨਾਂ ਤੋਂ ਵੱਧ ਪਿਆਰੇ ਮੈਨੂੰ ਕੋਈ ਨਹੀਂ ਸੀ। ਆਵਾਜ਼ ਫੇਰ ਆਈ, ਝੂਠ, ਸਰਾਸਰ ਝੂਠ। ਕਿਉਂ ਝੂਠ ਬੋਲਦੀ ਹੈ ਰਾਣੀਏ? ਕੀ ਤੂੰ ਨਹੀਂ ਜਾਣਦੀ ਕਿ ਦਮਨਜੀਤ ਪਾਲੀ ਨੂੰ ਜਾਨੋਂ ਮਾਰਨ ਗਿਆ? ਕੀ ਤੂੰ ਨਹੀਂ ਜਾਣਦੀ ਕਿ ਨਿੱਕੀ ਪ੍ਰੀਤੀ ਤੇ ਇੰਦੇ ਦਾ ਕਤਲ ਤੇਰੇ ਹੀ ਪਿਆਦੇ ਨਿੰਮੇ ਵੈਦ ਨੇ ਕੀਤਾ ਸੀ? ਤੈਨੂੰ ਰੱਬ ਤੋਂ ਡਰ ਨਹੀਂ ਆਉਂਦਾ? ਗੁਰਨਾਜ਼ ਕੌਰ, ਤੈਨੂੰ ਇਹ ਵਹਿਮ ਪਾਇਆ। ਉਹਨਾਂ ਨੂੰ ਕੋਈ ਵੀ ਮਾਰਨ ਨਹੀਂ ਸੀ ਗਿਆ। ਤਿੰਨੋਂ ਬੱਚੇ ਮੇਰੇ ਸਭ ਤੋਂ ਪਿਆਰੇ ਸਨ। ਉਹਦੇ ਬਾਪੂ ਨੂੰ ਪਤਾ ਹੈ, ਗੁਲਾਬੀ ਤਾਰੇ ਮੈਂ ਹੀ ਪਿਆਰ ਨਾਲ ਕਹਿੰਦੀ ਸੀ ਇਹਨਾਂ ਨੂੰ। ਪਾਲੀ ਤੋਂ ਪੁੱਛ ਲਿਓ ਗੁਲਾਬੀ ਤਾਰਾ ਕਿਹਨੇ ਕਿਹਾ ਸੀ ਉਹਨੂੰ। ਪਰ ਉਹਨੇ ਕੀ ਕੀਤਾ ਤੈਨੂੰ ਇਹ ਨਹੀਂ ਦੱਸਿਆ? ਮੈਨੂੰ ਨਲਾਇਕ ਅਧਿਆਪਕਾ ਕਹਿ ਕੇ ਸਕੂਲੋਂ ਬਰਖਾਸਤ ਕਰਵਾਇਆ ਸੀ ਉਹਦੀ ਮਾਂ ਸ਼ਰਨਜੀਤ ਨੇ। ਅੱਜ ਤੱਕ ਮੈਨੂੰ ਕੋਈ ਵੀ ਅਧਿਆਪਕ ਵਜੋਂ ਨਹੀਂ ਯਾਦ ਕਰਦਾ। ਚੌਧਰੀ ਨਛੱਤਰ ਸਿੰਘ ਦੀ ਘਰਵਾਲੀ ਤੇ ਚੌਧਰਾਣੀ। ਮੈਨੂੰ ਮੇਰੀ ਖੁਸ਼ੀ ਤੋਂ ਨਮੋਸ਼ ਕਿਹਨੇ ਕੀਤਾ? ਕੀ ਕਸੂਰ ਸੀ ਮੇਰਾ? ਆਵਾਜ਼ ਆਈ, ਆਖਰ ਇਹ ਹੈ ਤੇਰੀ ਈਰਖਾ ਦੀ ਜੜ? ਵਾਹ ਨੀ ਰਾਣੀਏ ਵਾਹ, ਐਡੇ ਹੌਲੇ ਦਿਲ ਦੀ ਨਿਕਲੀ ਤੂੰ। ਤੂੰ ਤਾਂ ਨਲਾਇਕੀ ਕਰਕੇ ਹੀ ਕਾਲਜ ਚੋਂ ਬਰਖਾਸਤ ਹੋਈ, ਪਰ ਉਹ ਤਾਂ ਕਾਬਲ ਸੀ ਨਾ। ਉਹਦੀ ਬਰਖਾਸਤਗੀ ਦੇ ਬਦਲੇ ਇੰਤਕਾਮ ਦੀ ਅੱਗ ਨਜ਼ਰੀ ਆਈ। ਤੂੰ ਜੋ ਕੋਈ ਵੀ ਹੈ ਬਹੁਤ ਭੋਲਾ ਹੈ। ਤੈਨੂੰ ਮੇਰੀ ਜਿੱਦ ਇਸ ਲਈ ਦਿਸਦੀ ਕਿਉਂਕਿ ਮੈਂ ਉਸ ਪਰਿਵਾਰ ਨੂੰ ਖਤਮ ਕਰਨ ਵਿੱਚ ਕਾਮਯਾਬ ਹੋਈ ਹਾਂ। ਪਰ ਤੈਨੂੰ ਉਹਦਾ ਜਲਾਲ ਨਹੀਂ ਦਿਸਿਆ, ਜਿਹੜਾ ਪੂਰੇ ਸਿੱਖਿਆ ਮਹਿਕਮੇ ਦੀ ਰੱਦੋ ਬਦਲ ਤੋਂ ਘੱਟ ਗੱਲ ਹੀ ਨਹੀਂ ਕਰਦੇ। ਕੀ ਜਵਾਬ ਹੈ ਤੇਰੇ ਕੋਲ? ਕੀ ਉਹ ਸਹੀ ਕਰ ਰਹੇ ਨੇ? ਜ਼ਰਾ ਉਹਨਾਂ ਦੇ ਕੱਲੇ ਕੱਲੇ ਬੋਲ ਸੁਣੇ ਤੈਂ?
ਪਾਲੀ ਨੂੰ ਜੇਲ੍ਹ 'ਚ ਭੇਜਣ ਮਗਰੋਂ ਕਦੇ ਪ੍ਰੀਤੀ ਤੇ ਇੰਦੇ ਦੇ ਰਾਹ ਤੂੰ ਵੇਖੇ? ਪਤਾ ਨਹੀਂ ਕੀ ਵਿਗਾੜਿਆ ਇਹਨਾਂ ਦਾ ਸਿਸਟਮ ਨੇ, ਜਿਹੜੇ ਇਹ ਪੂਰੀ ਲੀਹ ਮਟਾਉਣ ਨੂੰ ਉਤਾਰੂ ਨੇ। ਨਿੰਮੇ ਨੇ ਕਤਲ ਨਹੀਂ ਸੀ ਕਰਨਾ ਇਹਨਾਂ ਨੂੰ, ਜੇਕਰ ਵਕੀਲ ਅਮਨਦੀਪ ਸਿੰਘ ਨਿੰਮੇ ਨੂੰ ਨਾ ਕੁੱਟਦਾ ਤਾਂ। ਜੇ ਐਡਾ ਹੀ ਹੇਸ ਜਾਗਦਾ ਤੈਨੂੰ ਤਾਂ ਪਾਲੀ ਦਾ ਜਾ ਕੇ ਇੱਕ ਵਾਰ ਉਹਦੇ ਮੂੰਹੋਂ ਇੰਨਾ ਖਵਾ ਦੇ ਕਿ ਗੁਲਾਬੀ ਤਾਰੇ ਦੀ ਟੀਚਰ ਕੌਣ ਸੀ। ਸਹੁੰ ਲੱਗੇ ਮੈਨੂੰ ਬੱਬੂ ਦੀ, ਜੇ ਇੰਨਾ ਮੰਨ ਵੀ ਗਿਆ ਤਾਂ ਮੈਂ ਹਰ ਸਜ਼ਾ ਮੰਨ ਲਵਾਂਗੀ। ਆਵਾਜ਼ ਆਈ, ਤੇਰੇ ਪੁੱਤਰ ਦੀ ਅਖੀਰ ਆ ਚੁੱਕੀ ਹੈ ਰਾਣੀਏ, ਹੁਣ ਉਹ ਵਾਪਸ ਨਹੀਂ ਆਉਣ ਲੱਗਾ। ਪਰ ਤੈਨੂੰ ਜਵਾਬਦੇਹ ਹੋਣਾ ਪਏਗਾ ਆਪਣੀ ਜ਼ਿੱਦ ਪਿੱਛੇ। ਉਹਦੇ ਸਵਾਲਾਂ ਦੇ ਜਵਾਬਾਂ ਦੀ ਬਜਾਏ ਸਿਆਸਤ 'ਚ ਉਤਰ ਆਈ, ਬਜਾਏ ਆਪਣੀ ਯੋਗਤਾ ਨੂੰ ਸਿੱਖਿਆ ਖੇਤਰ ਵਿੱਚ ਵਰਤਣ ਦੇ। ਬਾਹਰ ਸਿਆਸੀ ਹੋ ਗਈ, ਜਵਾਬ ਮੰਗੇ ਜਾਣਗੇ। ਤੂੰ ਜੀਵੇਂਗੀ, ਜਿਉਂਦੀ ਰਹੇਂਗੀ ਅਖੀਰ ਤੱਕ, ਜਦੋਂ ਤੱਕ ਤੂੰ ਵਾਰ-ਵਾਰ ਹਾਰ ਮੰਨ ਕੇ ਮੌਤਾਂ ਨਹੀਂ ਮੰਗਦੀ। ਤੰਗ ਆ ਕੇ ਖੁਦਕੁਸ਼ੀ ਵੀ ਅਸਫਲ ਰਹੇਗੀ, ਯਾਦ ਰੱਖ। ਆਵਾਜ਼ ਖਾਮੋਸ਼ ਹੋ ਚੁੱਕੀ ਸੀ। ਗੁਲਨਾਜ਼ ਤੜਫ ਰਹੀ ਸੀ। ਤੜਫਦੀ ਨੀਂਦ ਬੇਸ਼ੱਕ ਖੁੱਲ੍ਹ ਗਈ, ਪਰ ਨੀਂਦ ਖੁੱਲ੍ਹਣ ਦੇ ਨਾਲ ਹੀ ਉਹਨੂੰ ਬੇਹੋਸ਼ੀ ਆ ਗਈ। ਘਬਰਾਏ ਹੋਏ ਨੌਕਰ ਨੌਕਰਾਣੀਆਂ ਉਹਨੂੰ ਸੰਭਾਲਦੇ ਹੋਏ ਡਾਕਟਰ ਨੂੰ ਫੋਨ ਕਰਦੇ ਨੇ, ਪਰ ਕਹਾਣੀ ਕਿੱਧਰ ਨੂੰ ਜਾ ਰਹੀ ਹੈ? ਪਾਲੀ ਦੀ ਮੌਤ ਹੁੰਦੀ ਹੈ ਜਾਂ ਨਹੀਂ? ਤੇ ਰਾਣੀ ਗੁਲਨਾਜ਼ ਕੌਰ ਨੂੰ ਹੋਇਆ ਕੀ? ਪਾਲੀ ਕਿੱਧਰ ਨੂੰ ਜਾ ਰਿਹਾ ਹੈ? ਉਹਦੀ ਅਗਲੀ ਵਿਉਂਤਬੰਦੀ ਕੀ ਹੈ? ਉਸ ਦਾ ਸਫ਼ਰ ਆਖਰੀ ਕਿਵੇਂ ਹੈ? ਤੇ ਅਖੀਰ ਵਿੱਚ ਹੁਣ ਵਾਪਰੇਗਾ ਕੀ? ਖਿਆਲ ਰਹੇ, ਹੁਣ ਆਖਰੀ ਐਪੀਸੋਡ ਆਉਣ ਵਾਲਾ ਹੈ। ਆਖਰੀ ਐਪੀਸੋਡ, ਆਖਰੀ ਗੱਲਬਾਤ ਸਿਫਰਨਾਮੇ ਦੀ। ਜਾਣਨ ਦੀ ਉਤਸੁਕਤਾ ਜਗਾਈ ਰੱਖਿਓ, ਕਿਉਂਕਿ ਇੱਥੇ ਕਹਾਣੀ ਦਾ ਅੰਤ ਨਹੀਂ ਜੇ ਹੋਣਾ। ਇੱਕ ਵਾਰਤਾਲਾਪ ਨੂੰ ਵਿਰਾਮ ਮਿਲਣੀ ਹੈ। ਕੁਝ ਸਵਾਲ ਤੁਹਾਡੇ ਅੱਗੇ ਆਉਣੇ ਨੇ, ਉਹਨਾਂ ਦੇ ਜਵਾਬ ਤੁਸੀਂ ਸੋਚਣੇ ਨੇ, ਤੁਸੀਂ ਵਿਚਾਰਨੇ ਨੇ। ਮਿਲਦੇ ਹਾਂ ਅਗਲੇ ਐਪੀਸੋਡ ਵਿੱਚ। ਤਦ ਤੱਕ ਲਈ ਜੁੜੇ ਰਹੋ ਤੇ ਸੁਣਦੇ ਰਹੋ ਸਿਫਰਨਾਮਾ।